1947 ਦੀ ਆਜ਼ਾਦੀ ਤੋਂ ਬਾਅਦ ਹੀ ਜਿਹੜਾ ਹੈ ਸਪਸ਼ਟ ਹੋ ਗਿਆ ਸੀਗਾ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਸਿੱਖ ਕੌਮ ਦੀ ਹੋਂਦ ਜਿਹੜੀ ਹੈ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਖਤਮ ਕਰਨਾ ਚਾਹੁੰਦੀ ਹੈ। ਵਿਗਿਆਨਗੀ ਦੀ ਜਿਹੜੀ ਭਾਵਨਾ ਪੈਦਾ ਹੋਈ ਸਿੱਖਾਂ 'ਚ, ਇਹਦੇ ਪਿੱਛੇ ਕਿਤੇ ਨਾ ਕਿਤੇ ਬਾਦਲ ਦਾ ਹੱਥ ਜ਼ਰੂਰ ਹੈ, ਕਿਉਂਕਿ ਕਾਂਡ ਬਾਦਲ ਦੇ ਕਾਰਨ ਹੋਇਆ। ਅੰਮ੍ਰਿਤਸਰ ਜਿਹੜਾ ਨਿਰੰਕਾਰੀ ਕਾਂਡ ਹੋਇਆ, ਬਾਦਲ ਜਿਹੜਾ ਹੈ ਉਹ ਆਰਐਸਐਸ ਦਾ ਜਿਹੜਾ ਹਮਾਇਤੀ ਸੀਗਾ, ਉਹ ਕਦੇ ਵੀ ਮਤਲਬ ਕਿ ਮੋਰਚਾ ਛੱਡਣ ਨੂੰ ਤਿਆਰ ਨਹੀਂ ਸੀਗਾ। ਉਹਨੇ ਸਮਝੌਤਾ ਨਹੀਂ ਹੋਣ ਦਿੱਤਾ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ ਮੋਰਚਾ ਲਾਇਆ ਸੀ, ਜਿਹੜਾ ਕਿ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਸਤਲੁਜ ਯਮੁਨਾ ਲਿੰਕ ਦਾ। ਉਹਨੂੰ ਬੰਦ ਕਰਾਉਣ ਵਾਸਤੇ ਉਹਨਾਂ ਮਤਲਬ ਕਿ ਮੋਰਚਾ ਲਾਇਆ ਸੀ, ਪਰ ਉਹ ਨਾਕਾਮਯਾਬ ਹੋ ਗਏ ਸੀ। ਸਿੱਖਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸੀ। ਜਿਹੜੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਸੀ ਉਸ ਵੇਲੇ ਮੋਰਾਰਜੀ ਦੇਸਾਈ ਸੀ, ਜਨਤਾ ਪਾਰਟੀ ਸਰਕਾਰ ਸੀ, ਤੇ ਸਿੱਖਾਂ ਨੇ ਪ੍ਰੋਟੈਸਟ ਵੀ ਕੀਤਾ ਸੀ 14 ਮਈ ਨੂੰ ਦਿੱਲੀ ਦੇ ਵਿੱਚ। ਪਰ ਉਹਦੇ ਵਿੱਚ ਸਿੱਖਾਂ ਨੂੰ ਦੀ ਸਿਆਸੀ ਤੌਰ ਤੇ ਕੋਈ ਇਨਸਾਫ ਨਹੀਂ ਮਿਲਿਆ, ਅਦਾਲਤੀ ਤੌਰ ਤੇ ਕੋਈ ਇਨਸਾਫ ਨਹੀਂ ਮਿਲਿਆ। ਜਿਹੜੇ ਮਕਸਦ ਲਈ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਸੀ, ਤੁਹਾਨੂੰ ਲੱਗਦਾ ਕਿ ਉਸ ਜੋ ਮਕਸਦ ਸੀ ਉਹ 'ਚ ਇੰਦਰਾ ਗਾਂਧੀ ਕਾਮਯਾਬ ਹੋ ਗਈ? ਜਿਸ ਵੇਲੇ 25 ਜੂਨ 1975 ਨੂੰ ਐਮਰਜੈਂਸੀ ਲਾਈ ਗਈ ਹੈ, ਉਸ ਵੇਲੇ ਵੀ ਮਤਲਬ ਕਿ ਐਮਰਜੈਂਸੀ ਦਾ ਵਿਰੋਧ ਕਿਸੇ ਵੀ ਸਿਆਸੀ ਲੀਡਰ ਨੇ, ਸਿਆਸੀ ਜਥੇਬੰਦੀ ਨੇ ਹਿੰਦੁਸਤਾਨ 'ਚ ਨਹੀਂ ਕੀਤਾ ਸੀ। ਉਹ ਜਿਹੜੇ ਫਾਇਦੇ ਲਈ ਆਪਾਂ ਕਹਿ ਲਈਏ ਕਿ ਇੰਦਰਾ ਗਾਂਧੀ ਨੂੰ ਲੱਗਦਾ ਸੀ ਕਿ ਇਹਦਾ ਫਾਇਦਾ ਹੋਣਾ, ਅਸਲ 'ਚ ਪਿੰਡਰਾਂ ਵਾਲਿਆਂ ਨੂੰ ਖਤਮ ਕਰਨਾ ਚਾਹੁੰਦੀ ਸੀ, ਹੋਰ ਉੱਥੇ ਖਾੜਕੂ ਨੂੰ ਖਤਮ ਕਰਨਾ ਚਾਹੁੰਦੀ ਸੀ। ਪਿੱਛੇ ਜੇ ਇਹਨਾਂ ਨੇ ਵੇਖਿਆ ਵੀ ਸਿੱਖ ਕੌਮ ਜਦ ਵੀ ਲੋੜ ਪੈਂਦੀ ਹੈ ਇਹ ਸੰਘਰਸ਼ ਕਰਦੀ ਹੈ, ਆਪਣੇ ਸਰਕਾਰ ਨੂੰ ਹਿਲਾ ਦਿੰਦੀ ਹੈ। ਇਹਨਾਂ ਨੂੰ ਹਮੇਸ਼ਾ ਲਈ ਸਬਕ ਸਿਖਾਉਣ ਲਈ, ਇਹਨਾਂ ਦੀ ਨਸਲਕੁਸ਼ੀ ਕਰਨ ਦੇ ਲਈ, ਇਹਨਾਂ ਨੂੰ ਹਮੇਸ਼ਾ ਹਿੰਦੁਸਤਾਨ ਦਾ ਗੁਲਾਮ ਰੱਖਣ ਦੇ ਲਈ ਇਹ ਮਤਲਬ ਕਿ ਹਮਲਾ ਕੀਤਾ ਗਿਆ। ਅਸੀਂ ਮਤਲਬ ਕਿ ਹਮਲਾ ਕਰਾਂਗੇ। ਚੰਦ ਘੰਟਿਆਂ ਦੇ ਇਹਦੇ ਜਰਨਲ ਸਨ ਜਿਹੜੇ ਸਾਰੇ, ਚੰਦ ਘੰਟਿਆਂ ਦੇ ਵਿੱਚ ਸਨ ਜਰਨੈਲ ਸਿੰਘ ਨੂੰ ਜਿੰਦਾ ਆ ਮੁਰਦਾ ਫੜ ਲਾਂਗੇ। ਸਿੱਖਾਂ ਨੂੰ ਹਿੰਦੂ ਕੋਡ ਬਿੱਲ ਦੇ ਤਹਿਤ ਜਿਹੜਾ ਹੁਣ ਵੀ ਉਹਨਾਂ ਦੇ ਮੈਰਿਜ ਜਿਹੜੇ ਨੇ ਵਿਆਹ ਕਰਾਏ ਜਾਂਦੇ ਨੇ। ਸਿੱਖਾਂ ਦੀ ਦਫਾ 402 ਦੇ ਤਹਿਤ ਕੇਸਾਦਾਰੀ ਹਿੰਦੂ ਹੀ ਲਿਖਿਆ ਗਿਆ। ਬਾਅਦ ਵਿੱਚ ਨਹਿਰੂ ਨੇ ਐਲਾਨ ਕਰ ਦਿੱਤਾ ਵੀ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ, ਮੇਰੇ ਜਿਉਂਦੇ ਜੀ ਪੰਜਾਬੀ ਸੂਬਾ ਨਹੀਂ ਦਿੱਤਾ ਜਾਊਗਾ। ਅੱਜ ਦੇ ਦਿਨ ਤੁਸੀਂ ਮਤਲਬ ਕਿ ਸਿੱਖ ਪਰੰਪਰਾਵਾਂ ਤੇ ਗੁਰੂ ਸਾਹਿਬਾਂ ਦਾ ਅਪਮਾਨ ਨਾ ਕਰੋ। ਅੱਗੋਂ ਨਿਰੰਕਾਰੀਆਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ, 13 ਸਿੰਘ ਸ਼ਹੀਦ ਹੋਏ। 24 ਅਪ੍ਰੈਲ 1980 ਨੂੰ ਜਿਹੜਾ ਹੈ ਨਿਰੰਕਾਰੀ ਗੁਰਬਚਨ ਸਿੰਘ ਦਾ ਕਤਲ ਹੁੰਦਾ ਹੈ। ਇੱਥੋਂ ਹੀ ਜਿਹੜੀ ਹੈ ਗੱਲ ਸਿੱਖਾਂ ਦੇ ਵਿੱਚ ਜਿਹੜੀ ਹੈ ਗੁੱਸੇ ਦੀ ਲਹਿਰ ਜਿਹੜੀ ਹੈ ਆਰੰਭ ਹੁੰਦੀ ਹੈ ਵੀ ਜਿਹੜਾ ਵੀ ਬੰਦਾ ਦਰਬਾਰ ਸਾਹਿਬ ਤੇ ਅਟੈਕ ਕਰੇਗਾ ਉਹਨੂੰ ਸਿੱਖ ਕੌਮ ਕਦੇ ਮਾਫ ਨਹੀਂ ਕਰਦੀ, ਉਹਨੂੰ ਗੱਡੀ ਚੜਾਇਆ। ਜੂਨ 84 ਵਿੱਚ ਵਾਪਰਿਆ ਵੱਡਾ ਦੁਖਾਂਤ, ਜਿਸ ਨੂੰ ਸਿੱਖ ਕੌਮ ਸਾਕਾ ਨੀਲਾ ਤਾਰਾ ਕਹਿੰਦੀ ਹੈ, ਪਰ ਕੇਂਦਰ ਸਰਕਾਰ ਨੇ ਉਹਦਾ ਨਾਂ ਦਿੱਤਾ ਸੀ ਆਪਰੇਸ਼ਨ ਬਲੂ ਸਟਾਰ। ਸਿੱਖ ਕੌਮ ਆਪਰੇਸ਼ਨ ਬਲੂ ਸਟਾਰ ਤਾਂ ਨਹੀਂ ਕਹਿੰਦੀ ਕਿਉਂਕਿ ਆਪਰੇਸ਼ਨ ਇੱਕ ਜਿੱਤ ਦਾ ਨਿਸ਼ਾਨ ਆ। ਉਹ ਆਪਣੇ ਆਪ ਨੂੰ ਸਹੀ ਮੰਨਦੀ ਹੈ ਕੇਂਦਰ ਸਰਕਾਰ, ਪਰ ਸਿੱਖ ਕੌਮ ਦੇ ਹਿਰਦੇ ਬਲੂੰਦਰੇ ਗਏ ਸਨ, ਜਿਨ੍ਹਾਂ ਦੇ ਜਿਹੜੇ ਜ਼ਖਮ ਅਜੇ ਤੱਕ ਵੀ ਕਾਇਮ ਨੇ। ਸਾਰੇ ਕਾਸੇ ਤੇ ਅਸੀਂ ਗੱਲ ਕਰਾਂਗੇ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਫਾਊਂਡਰ ਮੈਂਬਰਾਂ 'ਚੋਂ ਵੀ ਨੇ ਸਤਨਾਮ ਸਿੰਘ ਪੌਂਟਾ ਸਾਹਿਬ। ਸਤਨਾਮ ਸਿੰਘ ਜੀ, ਬਲੂ ਸਟਾਰ ਵੇਲੇ ਤੁਸੀਂ ਚਾਹੇ ਇੱਥੇ ਨਹੀਂ ਸੀ, ਪਾਕਿਸਤਾਨ ਦੇ ਵਿੱਚ ਸੀ, ਕੀ ਮਹਿਸੂਸ ਕਰਦੇ ਹੋ ਕਿ ਬਲੂ ਸਟਾਰ ਕਿਉਂ ਕੀਤਾ ਗਿਆ, ਕਿਉਂ ਸਾਕਾ ਨੀਲਾ ਤਾਰਾ ਵਾਪਰਿਆ, ਇਹਦੇ ਪਿੱਛੇ ਕੀ ਕਾਰਨ ਤੁਹਾਨੂੰ ਲੱਗਦੇ ਨੇ? ਮੈਨੂੰ ਪੂਰੀ ਤਰ੍ਹਾਂ ਸਪਸ਼ਟ ਹੈ, ਸਾਕਾ ਨੀਲਾ ਤਾਰਾ ਜਿਹੜਾ ਹੈ ਇਹ ਅਚਾਨਕ ਨਹੀਂ ਵਾਪਰਿਆ। ਇਹਦੇ ਕਾਰਨ ਕਈ ਨੇ, ਕਿਉਂਕਿ ਜਦ 1947 ਦੀ ਆਜ਼ਾਦੀ ਤੋਂ ਬਾਅਦ ਹੀ ਜਿਹੜਾ ਹੈ ਸਪਸ਼ਟ ਹੋ ਗਿਆ ਸੀਗਾ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਸਿੱਖ ਕੌਮ ਦੀ ਹੋਂਦ ਜਿਹੜੀ ਹੈ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਬਿਲਕੁਲ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਹੀ ਜਿਹੜਾ ਕਿ ਉਹਨਾਂ ਨੇ ਪਹਿਲੇ ਵਾਅਦਾ ਕੀਤਾ ਸੀ
ਵੀ ਹਿੰਦੁਸਤਾਨ ਦਾ ਸੰਵਿਧਾਨ ਸਿੱਖਾਂ ਦੀ ਮਰਜ਼ੀ ਅਨੁਸਾਰ ਬਣੂਗਾ, ਇਹਦੇ ਵਿੱਚ ਕਦੇ ਵੀ ਚੇਂਜਿੰਗ ਨਹੀਂ ਆਊਗੀ ਤੇ ਇਹਦੇ 2 ਮੈਂਬਰ ਸਿੱਖ ਲਏ ਜਾਣਗੇ। ਤੇ ਉਸ ਵੇਲੇ ਜਿਸ ਵੇਲੇ 1950 ਦੇ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਤਾਂ ਉਸ ਵੇਲੇ ਇਹਨਾਂ ਨੇ ਕਹਿਤਾ ਵੀ ਸਿੱਖਾਂ ਨੂੰ ਇੱਕ ਕੌਮ ਵਜੋਂ ਮਾਨਤਾ ਨਹੀਂ ਦਿੱਤੀ ਗਈ, ਸਿੱਖਾਂ ਨੂੰ ਵੱਖਰਾ ਧਰਮ ਨਹੀਂ ਮੰਨਿਆ ਗਿਆ, ਸਿੱਖਾਂ ਨੂੰ ਹਿੰਦੂ ਕੋਡ ਬਿੱਲ ਦੇ ਤਹਿਤ ਜਿਹੜਾ ਹੁਣ ਵੀ ਉਹਨਾਂ ਦੇ ਮੈਰਿਜ ਜਿਹੜੇ ਨੇ ਵਿਆਹ ਕਰਾਏ ਜਾਂਦੇ ਨੇ। ਸਿੱਖਾਂ ਦੀ ਦਫਾ 402 ਦੇ ਤਹਿਤ ਕੇਸਾਦਾਰੀ ਹਿੰਦੂ ਹੀ ਲਿਖਿਆ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਗੱਲ ਚੱਲੀ ਵੀ ਆਪਣਾ ਨਹਿਰੂ ਤੇ ਗਾਂਧੀ ਨੇ ਗੱਲ ਕਹੀ ਸੀ 47 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਊਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਸਿੱਖਾਂ ਦੇ ਬੋਲਬਾਲੇ ਹੋਣਗੇ। ਤੇ ਜਿਸ ਵੇਲੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਥੱਲੇ 47 ਦੇ ਵਿੱਚ ਸਿੱਖ ਡੈਪੂਟੇਸ਼ਨ ਨਹਿਰੂ ਨੂੰ ਮਿਲਣ ਗਿਆ ਤੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਸਾਡੀ ਮੰਗ ਜਿਹੜੀ ਹੈ ਪੂਰੀ ਕਰੋ। ਨਹਿਰੂ ਨੇ ਗੱਲ ਕਹੀ ਉਹ ਵਕਤ ਹੋਰ ਸੀ, ਇਹ ਵਕਤ ਹੋਰ ਹੈ, ਅਸੀਂ ਉਸ ਵੇਲੇ ਗੁਲਾਮ ਸੀ, ਹੁਣ ਆਜ਼ਾਦ ਹਾਂ। ਉਸ ਵੇਲੇ ਤੁਹਾਡੀ ਤਾਕਤ ਦੀ ਲੋੜ ਸੀ, ਅਸੀਂ ਉਹ ਵਰਤੀ ਹੈ ਆਜ਼ਾਦੀ ਵੇਲੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਤੇ ਨਹਿਰੂ ਤੇ ਗਾਂਧੀ ਜਿਹੜੇ ਮੁਨਕਰ ਹੋ ਗਏ ਬਕਾਇਦਾ ਤੌਰ ਤੇ ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਵਾਪਸ ਆ ਗਏ ਤੇ ਫਿਰ ਬਾਅਦ ਇਹ ਚੱਲੀ ਪੰਜਾਬੀ ਸੂਬੇ ਮੋਰਚੇ ਦੀ ਗੱਲ ਚੱਲੀ ਤੇ ਬਾਅਦ ਫਿਰ ਨਹਿਰੂ ਨੇ ਐਲਾਨ ਕਰ ਦਿੱਤਾ ਵੀ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ, ਮੇਰੇ ਜਿਉਂਦੇ ਜੀ ਪੰਜਾਬੀ ਸੂਬਾ ਨਹੀਂ ਦਿੱਤਾ ਜਾਊਗਾ। ਜਦ ਕਿ 1953 ਪਾਰਲੀਮੈਂਟ 'ਚ ਮਤਾ ਪਾਸ ਹੋਇਆ ਸੀ ਕਿ ਜਿਹੜੇ ਭਾਸ਼ਾਈ ਆਧਾਰ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਸੂਬੇ ਬਣਾ ਦਿੱਤੇ ਜਾਣਗੇ। ਤੇ ਜਿਹੜੀ ਗੱਲ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਸੂਬੇ ਲਈ ਸੰਘਰਸ਼ ਕਰਦਾ ਰਿਹਾ 18 ਸਾਲ 57,000 ਸਿੱਖ ਜਿਹੜੇ ਨੇ ਗ੍ਰਿਫਤਾਰ ਹੋਏ। ਇਹ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਰਹੀ, ਧਾਰਮਿਕ ਤੌਰ ਤੇ ਕੌਮੀ ਤੌਰ ਤੇ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। ਬਾਅਦ ਵਿੱਚ 1973 ਦੇ ਵਿੱਚ ਸਰਦਾਰ ਕਪੂਰ ਸਿੰਘ ਦੀ ਅਗਵਾਈ ਥੱਲੇ ਇੱਕ ਅਨੰਦਪੁਰ ਸਾਹਿਬ ਦੇ ਮਤਾ ਦਾ ਇੱਕ ਪਾਸ ਕੀਤਾ ਗਿਆ ਤਾਂ ਕਿ ਉਹ ਜਿਹੜੀ ਸਿੱਖ ਸਟੇਟ ਦੀ ਗੱਲ ਕੀਤੀ ਸੀ ਜੋ ਨਹਿਰੂ ਤੇ ਗਾਂਧੀ ਨੇ ਕਿਹਾ ਸੀਗਾ ਉਹੀ ਸੀ, ਖਾਲਸਾ ਜੀ ਦੇ ਬੋਲਬਾਲੇ ਪੰਜਾਬ ਦੇ ਵਿੱਚ ਹੁਣ ਸਿੱਖਾਂ ਨੂੰ ਮਤਲਬ ਕਿ ਬਕਾਇਦਾ ਤੌਰ ਤੇ ਆਜ਼ਾਦੀ ਹੋਵੇ। ਇਹਦੇ ਲਈ ਮਤਲਬ ਕਿ ਇੱਕ ਸਿੱਖ ਕੌਮ ਜਿਹੜੀ ਆ ਹਮੇਸ਼ਾ ਹੀ ਸੰਘਰਸ਼ ਕਰਦੀ ਰਹੀ ਆ। ਤੇ ਬਾਅਦ ਵਿੱਚ ਜਿਸ ਵੇਲੇ ਗੱਲ ਚੱਲੀ 1978 ਦੇ ਵਿੱਚ ਸਾਰੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਆ। ਪ੍ਰਕਾਸ਼ ਸਿੰਘ ਬਾਦਲ ਨੇ ਪਰਮਿਸ਼ਨ ਦਿੱਤੀ ਹੈ ਨਿਰੰਕਾਰੀ ਗੁਰਬਚਨ ਸਿੰਘ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਉਹਨਾਂ ਸਿੱਖ ਗੁਰੂ ਸਾਹਿਬਾਂ ਨੂੰ, ਸਿੱਖ ਪਰੰਪਰਾਵਾਂ ਨੂੰ ਤੇ ਬਕਾਇਦਾ ਤੌਰ ਤੇ ਬਦਨਾਮ ਕੀਤਾ, ਢਾਹ ਲਾਈ ਤੇ ਉੱਥੇ ਬੜਾ ਵੱਡਾ ਸਮਾਗਮ ਕੀਤਾ ਗਿਆ। ਸਿੱਖਾਂ ਦੇ ਇੱਕ ਜਥੇ ਨੇ ਅਖੰਡ ਕੀਰਤਨੀ ਜਥਾ ਤੇ ਦਮਦਮੀ ਟਕਸਾਲ ਨੇ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਮੰਜੀ ਸਾਹਿਬ ਤੋਂ ਇੱਕ ਜਥਾ ਭੇਜਿਆ ਸ਼ਾਂਤਮਈ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਨੂੰ ਕਹੋ ਵੀ ਮਤਲਬ ਕਿ ਇਸ ਤਰ੍ਹਾਂ ਅੱਜ ਦੇ ਦਿਨ ਤੁਸੀਂ ਮਤਲਬ ਕਿ ਸਿੱਖ ਪਰੰਪਰਾਵਾਂ ਤੇ ਗੁਰੂ ਸਾਹਿਬਾਂ ਦਾ ਅਪਮਾਨ ਨਾ ਕਰੋ। ਅੱਗੋਂ ਨਿਰੰਕਾਰੀਆਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ, 13 ਸਿੰਘ ਸ਼ਹੀਦ ਹੋ ਗਏ। ਜਿਹੜੇ ਨਿਰੰਕਾਰੀ ਸੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਹੋਇਆ ਸੀਗਾ, ਪੁਰਾਣਾ ਕੋਈ ਹਿਸਟਰੀ ਹੋਏਗੀ? ਉਹਨਾਂ ਨੂੰ ਪੰਥ ਦੇ ਵਿੱਚੋਂ ਬਕਾਇਦਾ ਤੌਰ ਤੇ ਜਿਸ ਵੇਲੇ ਸੰਤ ਕਰਤਾਰ ਸਿੰਘ ਦੇ ਵੇਲੇ ਦੀ ਗੱਲ ਹੈ ਉਸ ਵੇਲੇ ਵੀ ਕਾਫੀ ਟਕਰਾਅ ਚੱਲਦਾ ਰਿਹਾ। ਇਹ ਮਤਲਬ ਕਿ ਇਹਨਾਂ ਦਾ ਯੁੱਗ ਪੁਰਸ਼ ਵਗੈਰਾ ਸੀ, ਇਹਨਾਂ ਦੇ ਕਈ ਹੋਰ ਗ੍ਰੰਥ ਸਨ ਜਿਹੜੇ ਕਿ ਉਹ ਗੁਰਬਾਣੀ ਨੂੰ ਨਾਲ ਲੈ ਕੇ ਸਿੱਖ ਗੁਰੂ ਸਾਹਿਬਾਂ ਦਾ ਜਿਹੜਾ ਨਿਰਾਦਰ ਕਰਦੇ ਸਨ ਤੇ ਇਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਆਪਣਾ ਵੱਖਰਾ ਫਿਰਕਾ ਸੀ। ਇਹ ਸਿੱਖ ਧਰਮ ਨਾਲ ਇਹਦਾ ਕੋਈ ਸੰਬੰਧ ਨਹੀਂ ਸੀ। ਜਿਵੇਂ ਸਿਰਸੇ ਵਾਲੇ ਡੇਰੇ ਵਾਂਗੂ ਇਹਨਾਂ ਦੀ ਵੱਖਰੀ ਸੀਗੀ ਕਹਾਣੀ। ਸਿੱਖ ਧਰਮ ਦੇ ਵਿੱਚ ਦੇਹਧਾਰੀ ਗੁਰੂ ਦਾ ਕੋਈ ਕਨਸੈਪਟ ਨਹੀਂ ਸੀ ਕਿਉਂਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੋਈ ਵੀ ਆਪਣੇ ਆਪ ਨੂੰ ਦੇਹਧਾਰੀ ਗੁਰੂ ਨਹੀਂ ਕਹਾ ਸਕਦਾ। ਇੱਥੋਂ ਹੀ ਸਾਡੇ ਜਿਹੜੇ ਨੇ ਇਹਨਾਂ ਦੇ ਨਾਲ ਵਾਦ ਵਿਵਾਦ ਸਨ। ਨਿਰੰਕਾਰੀ ਗੁਰਬਚਨ ਸਿੰਘ ਨੇ ਆਪਣਾ ਨਾਂ ਇਹਦਾ ਜਿਹੜਾ ਪਿਤਾ ਸੀ ਅਵਤਾਰ ਸਿੰਘ, ਅਵਤਾਰ ਬਾਣੀ ਵੀ ਇਹਨਾਂ ਲਿਖੀ ਸੀ, ਯੁੱਗ ਪੁਰਸ਼ ਬਾਣੀ ਵੀ ਇਹਨਾਂ ਨੇ ਲਿਖੀ ਸੀ। ਇਸੇ ਤਰ੍ਹਾਂ ਹੀ ਸਿਰਸੇ ਵਾਲੇ ਸਾਧ ਸੀਗਾ। ਇਸੇ ਤਰ੍ਹਾਂ ਹੀ ਜਿਹੜੇ ਨੇ ਹੋਰ ਰਾਧਾ ਸੁਆਮੀ ਸਨ, ਕਈ ਫਿਰਕੇ ਸਨ ਜਿਹੜੇ ਕਿ ਜਿਹਨਾਂ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਸੀ। ਇਹ ਚੀਜ਼ਾਂ ਜਿਹੜੀਆਂ ਨੇ ਇਸੇ ਵਾਸਤੇ ਜਿਸ ਵੇਲੇ 13 ਸਿੰਘ ਸ਼ਹੀਦ ਹੋ ਗਏ ਇਹ ਗੱਲ ਪ੍ਰਚਾਰ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਇਸ ਵੇਲੇ ਬੰਬੇ ਆ, ਜਦ ਕਿ ਬਲਬੀਰ ਸਿੰਘ ਪੱਤਰਕਾਰ ਬਕਾਇਆ ਤੌਰ ਤੇ ਸਰਕਟ ਹਾਊਸ ਵਿੱਚ ਗਿਆ। ਪ੍ਰਕਾਸ਼ ਸਿੰਘ ਬਾਦਲ ਉੱਥੇ ਮੌਜੂਦ ਸੀ ਅੰਮ੍ਰਿਤਸਰ ਦੇ ਵਿੱਚ। ਉਸੇ ਨੇ ਸਾਰੀ ਜਿਹੜੀ ਕਾਰਵਾਈ ਆਪਣੇ ਆਪ ਜਿਹੜੀ ਹੈ ਨਿਗਰਾਨੀ ਦੇ ਵਿੱਚ ਕਰਾਈ ਤੇ ਜੋ ਕੁਝ ਵੀ ਕਤਲੇਆਮ ਹੋਇਆ ਦਾ ਜਿੰਮੇਵਾਰ ਪ੍ਰਕਾਸ਼ ਸਿੰਘ ਬਾਦਲ।
ਬਾਅਦ ਵਿੱਚ ਗੁਰਬਚਨ ਸਿੰਘ ਨੂੰ ਉੱਥੋਂ ਆਪਣੀਆਂ ਗੱਡੀਆਂ ਦੇ ਵਿੱਚ ਬਕਾਇਦਾ ਤੌਰ ਤੇ ਹਰਿਆਣੇ ਤੱਕ ਪਹੁੰਚਾਇਆ ਗਿਆ। ਬਾਅਦ ਵਿੱਚ ਜਿਸ ਵੇਲੇ ਹਾਲਾਤ ਖਰਾਬ ਹੁੰਦੇ ਨੇ, ਸਿੱਖਾਂ ਨੇ ਪ੍ਰੋਟੈਸਟ ਕੀਤੇ ਨੇ, ਨਿਰੰਕਾਰੀ ਭਵਨਾਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਵੇਲੇ ਬਕਾਇਦਾ ਤੌਰ ਤੇ ਜਦ ਇਹਨਾਂ ਦਾ ਕਰਨਾਲ ਦੇ ਵਿੱਚ ਕੇਸ ਚੱਲਦਾ ਆ ਤੇ ਉਸ ਵੇਲੇ ਕਤਲ ਹੋਣ ਵਾਲੇ ਜਿਹੜੇ ਨੇ, ਜਿਹੜੇ 13 ਸਿੰਘ ਸ਼ਹੀਦ ਹੋਏ ਨੇ, ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਗਿਆ। ਗੁਰਬਚਨ ਸਿੰਘ ਦੇ 60 ਸਾਥੀਆਂ ਨੂੰ ਜਿਹੜਾ ਹੈ ਉਹ ਬਰੀ ਕਰ ਦਿੱਤਾ ਗਿਆ। ਬਾਅਦ ਵਿੱਚ ਫਿਰ 24 ਅਪ੍ਰੈਲ 1980 ਨੂੰ ਜਿਹੜਾ ਹੈ ਨਿਰੰਕਾਰੀ ਗੁਰਬਚਨ ਸਿੰਘ ਦਾ ਕਤਲ ਹੁੰਦਾ। ਇੱਥੋਂ ਹੀ ਜਿਹੜੀ ਹੈ ਗੱਲ ਸਿੱਖਾਂ ਦੇ ਵਿੱਚ ਜਿਹੜੀ ਹੈ ਗੁੱਸੇ ਦੀ ਲਹਿਰ ਜਿਹੜੀ ਹੈ ਆਰੰਭ ਹੁੰਦੀ ਹੈ। ਸਾਰਾ ਕੁਝ ਜਿਹੜਾ ਮੂਵਮੈਂਟ ਚੱਲਦੀ ਹੈ। ਬਾਅਦ ਵਿੱਚ ਸਾਰਾ ਕੁਝ ਮਤਲਬ ਕਿ ਉਹ ਸਾਰੇ ਕੱਸਦੀ ਨਹੀਂ, ਜਿਹੜਾ ਸਿੱਖਾਂ ਨੂੰ ਲੱਗਿਆ ਕਿ ਸਾਨੂੰ ਇਹ ਵਿਗਾਨਗੀ ਦੀ ਜਿਹੜੀ ਭਾਵਨਾ ਪੈਦਾ ਹੋਈ ਸਿੱਖਾਂ 'ਚ, ਇਹਦੇ ਪਿੱਛੇ ਕਿਤੇ ਨਾ ਕਿਤੇ ਬਾਦਲ ਦਾ ਹੱਥ ਜ਼ਰੂਰ ਹੈ, ਕਿਉਂਕਿ ਕਾਂਡ ਬਾਦਲ ਦੇ ਕਾਰਨ ਹੋਇਆ, ਅੰਮ੍ਰਿਤਸਰ ਜਿਹੜਾ ਨਿਰੰਕਾਰੀ ਕਾਂਡ ਹੋਇਆ। ਹਾਂਜੀ ਹਾਂਜੀ, ਇਹਦੇ ਵਿੱਚ ਬਾਦਲ ਦਾ ਪੂਰਾ ਹੱਥ ਸੀ। ਤੇ ਦੂਸਰੀ ਗੱਲ ਹੈ ਵੀ ਜਿਹੜੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਸੀ ਉਸ ਵੇਲੇ ਮੁਰਾਰਜੀ ਦੇਸਾਈ ਸੀ, ਜਨਤਾ ਪਾਰਟੀ ਦੀ ਸਰਕਾਰ ਸੀ, ਤੇ ਸਿੱਖਾਂ ਨੇ ਪ੍ਰੋਟੈਸਟ ਵੀ ਕੀਤਾ ਸੀ 14 ਮਈ ਨੂੰ ਦਿੱਲੀ ਦੇ ਵਿੱਚ। ਪਰ ਉਹਦੇ ਵਿੱਚ ਸਿੱਖਾਂ ਨੂੰ ਸਿਆਸੀ ਤੌਰ ਤੇ ਕੋਈ ਇਨਸਾਫ ਨਹੀਂ ਮਿਲਿਆ, ਅਦਾਲਤੀ ਤੌਰ ਤੇ ਕੋਈ ਇਨਸਾਫ ਨਹੀਂ ਮਿਲਿਆ। ਤੇ ਇਸੇ ਤਰ੍ਹਾਂ ਹੀ ਭਾਈ ਅਮਰੀਕ ਸਿੰਘ ਹੋਣੀ ਤੇ ਭਾਈ ਠਾਰਾ ਸਿੰਘ ਹੋਣੀ ਇਹ ਨਿਰੰਕਾਰੀ ਭਵਨ ਬੰਦ ਕਰਵਾਉਣ ਜਾਂਦੇ ਸੀਗੇ। ਇਸੇ ਹੀ ਸਬੰਧ ਦੇ ਵਿੱਚ ਉਹਨਾਂ ਨੂੰ ਬਕਾਇਦਾ ਤੌਰ ਤੇ 19 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਸੰਤ ਜਰਨੈਲ ਸਿੰਘ ਹੋਣੀ ਨੇ ਇਹਨਾਂ ਦੀ ਰਿਹਾਈ ਦੇ ਲਈ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ 51 ਸਿੰਘਾਂ ਦੇ ਜਥੇ ਨੂੰ ਹਰ ਰੋਜ਼ ਗ੍ਰਿਫਤਾਰੀ ਲਈ ਭੇਜਣਾ ਸ਼ੁਰੂ ਕਰ ਦਿੱਤਾ ਗਿਆ। ਉੱਥੇ ਫਿਰ ਇਹ ਮੋਰਚਾ ਜਿਹੜਾ ਹੈ ਆਰੰਭ ਹੋਇਆ 19 ਜੁਲਾਈ 1982 ਨੂੰ। ਧਰਮਯੁੱਧ ਮੋਰਚਾ ਜਿਹੜਾ ਸੀਗਾ ਉਹਦੀ ਗੱਲ ਮੋਰਚਾ ਉਸ ਤੋਂ ਬਾਅਦ ਆਰੰਭ ਹੁੰਦਾ। ਸ਼੍ਰੋਮਣੀ ਅਕਾਲੀ, ਹਾਂ, ਉਹਨਾਂ ਦੀ ਰਿਹਾਈਆਂ ਦਾ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ ਮੋਰਚਾ ਲਾਇਆ ਸੀ, ਜਿਹੜਾ ਕਿ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਸਤਲੁਜ ਯਮੁਨਾ ਲਿੰਕ ਦਾ। ਉਹਨੂੰ ਬੰਦ ਕਰਵਾਉਣ ਵਾਸਤੇ ਉਹਨਾਂ ਮਿਲ ਕੇ ਮੋਰਚਾ ਲਾਇਆ ਸੀ, ਪਰ ਉਹ ਨਾਕਾਮਯਾਬ ਹੋ ਗਏ ਸੀ। ਸਿੱਖਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸੀ ਤੇ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਪਤਾ ਲੱਗਾ ਵੀ ਸੰਤ ਜਰਨੈਲ ਸਿੰਘ ਹੋਣੀ ਦਾ ਜਿਹੜਾ ਮੋਰਚਾ ਹੈ ਉਹ ਸਾਰੀ ਸਿੱਖ ਜਥੇਬੰਦੀਆਂ, ਸਾਰੇ ਧਰਮ ਦੇ ਵਿੱਚ, ਕੌਮ ਦੇ ਵਿੱਚ ਇੱਕ ਜਜ਼ਬਾ ਪੈਦਾ ਹੋ ਗਿਆ ਸੀ। ਸਿੱਖ ਜਿਹੜੇ ਨੇ ਉਧਰ ਨੂੰ ਅੰਮ੍ਰਿਤਸਰ ਨੂੰ ਚਾਲੇ ਪਾ ਰਹੇ ਸਨ ਅਕਾਲ ਤਖਤ ਸਾਹਿਬ ਨੂੰ। ਉਹਨੇ ਕਿਹਾ ਵੀ ਸਾਡਾ ਤਾਂ ਮੋਰਚਾ ਖਤਮ ਹੋ ਜਾਏਗਾ। ਇਹਨਾਂ ਨੇ ਸਾਜ਼ਿਸ਼ ਲੜੀ ਵੀ ਸੰਤ ਜਰਨੈਲ ਸਿੰਘ ਹੋਣੀ ਦਾ ਜਿਹੜਾ ਮੋਰਚਾ ਲੱਗਾ ਹੈ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਦੁਬਾਰਾ ਮੋਰਚਾ ਲਾਇਆ ਜਾਵੇ। ਇਹ ਦੱਸੋ, ਜਿਹੜੇ ਮਕਸਦ ਲਈ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਸੀ, ਤੁਹਾਨੂੰ ਲੱਗਦਾ ਕਿ ਉਸ ਜੋ ਮਕਸਦ ਸੀ ਉਹ 'ਚ ਇੰਦਰਾ ਗਾਂਧੀ ਕਾਮਯਾਬ ਹੋ ਗਈ, ਜਾਂ ਜੋ ਦਬਾਉਣਾ ਚਾਹੁੰਦੀ ਸੀ ਸਿੱਖਾਂ ਨੂੰ ਦਬਾਇਆ ਗਿਆ, ਜਾਂ ਹੁਣ ਤੱਕ ਕੋਈ ਇਹਦਾ ਅਸਰ ਹੈ ਕਿ ਕੇਂਦਰ ਸਰਕਾਰ ਨੇ ਹਮਲਾ ਕੀਤਾ ਉਹਦਾ ਲੰਮਾ ਸਮਾਂ ਅਸਰ ਰਹੇਗਾ ਕਿ ਸਿੱਖ ਮਾਨਸਿਕਤਾ 'ਤੇ? ਉਹ ਜਿਹੜੇ ਫਾਇਦੇ ਲਈ ਆਪਾਂ ਕਹਿ ਲਈਏ ਕਿ ਇੰਦਰਾ ਗਾਂਧੀ ਨੂੰ ਲੱਗਦਾ ਸੀ ਕਿ ਇਹਦਾ ਫਾਇਦਾ ਹੋਣਾ, ਅਸਲ 'ਚ ਪਿੰਡਰਾਂ ਵਾਲਿਆਂ ਨੂੰ ਖਤਮ ਕਰਨਾ ਚਾਹੁੰਦੀ ਸੀ, ਹੋਰ ਉੱਥੇ ਖਾੜਕੂ ਨੂੰ ਖਤਮ ਕਰਨਾ ਚਾਹੁੰਦੀ ਸੀ। ਉਹ ਮਕਸਦ 'ਚ ਉਹ ਕਾਮਯਾਬ ਹੋਈ ਨਹੀਂ ਹੋਈ, ਇਹਦੇ ਬਾਰੇ ਕੀ ਲੱਗਦਾ ਤੁਹਾਨੂੰ? ਗੱਲ ਬੜੀ ਸਪਸ਼ਟ ਹੈ। ਉਹ ਗੱਲ ਭਿੰਡਰਾਂ ਵਾਲੇ ਦੀ ਨਹੀਂ ਹੈ। ਗੱਲ ਤਾਂ ਇਹ ਹੈ ਵੀ ਜਿਸ ਵੇਲੇ 25 ਜੂਨ 1975 ਨੂੰ ਐਮਰਜੈਂਸੀ ਲਾਈ ਗਈ ਹੈ, ਉਸ ਵੇਲੇ ਵੀ ਮਤਲਬ ਕਿ ਐਮਰਜੈਂਸੀ ਦਾ ਵਿਰੋਧ ਕਿਸੇ ਵੀ ਸਿਆਸੀ ਲੀਡਰ ਨੇ, ਸਿਆਸੀ ਜਥੇਬੰਦੀ ਨੇ ਹਿੰਦੁਸਤਾਨ 'ਚ ਨਹੀਂ ਕੀਤਾ ਸੀ। ਉਸ ਵੇਲੇ ਵੀ ਮਤਲਬ ਕਿ ਸਿੱਖਾਂ ਨੇ ਵਿਰੋਧ ਕੀਤਾ ਸੀ ਪੰਜਾਬ ਦੇ ਵਿੱਚ, ਉਹਨੂੰ ਉਹ ਵੀ ਰੜਕਦੀ ਸੀ ਗੱਲ। ਦੂਸਰੀ ਗੱਲ ਇਹ ਹੈ ਵੀ ਜਿਹੜੀ ਹੈ ਉਦੋਂ ਤਾਂ ਵਿਰੋਧ ਕਰਨ ਵਾਲਿਆਂ 'ਚ ਬਾਦਲ ਹੋਰੀ ਵੀ ਸੀਗੇ, ਟੌੜੇ ਹੋਰੀ ਵੀ ਸੀ। ਬਾਦਲ ਹੋਰੀ ਤਾਂ ਇੱਕ ਕਿਸਮ ਦਾ ਮਖੌਟਾ ਸੀ। ਉਹਨਾਂ ਨੇ ਪਹਿਲੇ ਜਥੇ 'ਚ ਗ੍ਰਿਫਤਾਰੀ ਵੀ ਦਿੱਤੀ ਹੈ 4 ਅਗਸਤ ਨੂੰ, ਮੈਨੂੰ ਯਾਦ ਹੈ। ਪਰ ਗੱਲ ਬੜੀ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਸ ਵੇਲੇ ਚੱਲਦੇ ਰਹੇ। ਉਸ ਵੇਲੇ ਸਮਝੌਤੇ ਦੀ ਗੱਲ ਵੀ ਆਈ ਸੀ, ਸਭ ਤੋਂ ਕਹਿੰਦੇ ਵੀ ਬਲਕਿ ਸਮਝੌਤੇ ਦੀ ਗੱਲਾਂ ਆਈਆਂ। ਉਹਨੇ ਕਿਹਾ ਵੀ ਮੈਂ ਸਭ ਕੁਝ ਦੇਣ ਨੂੰ ਤਿਆਰ ਹਾਂ, ਜੇ ਮੋਰਚਾ ਛੱਡ ਦਿਓ। ਮੈਂ ਮਤਲਬ ਕਿ ਪੰਜਾਬ ਵਿੱਚ ਹਮੇਸ਼ਾ ਲਈ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਤਿਆਰ ਹਾਂ, ਚੰਡੀਗੜ੍ਹ ਵੀ ਦੇ ਦਿਆਂਗੀ, ਭਾਖੜਾ ਡੈਮ ਦੇ ਪ੍ਰਬੰਧ ਵੀ ਦੇ ਦਿਆਂਗੀ, ਸਭ ਕੁਝ ਦੇ ਦਿਆਂਗੀ, ਖੁਦਮੁਖਤਿਆਰੀ ਵੀ ਦੇ ਦੂੰਗੀ, ਪਰ ਇਹ ਮੋਰਚਾ ਛੱਡ ਦਿਓ। ਬਾਦਲ ਜਿਹੜਾ ਹੈ ਉਹ RSS ਦਾ ਜਿਹੜਾ ਹਮਾਇਤੀ ਸੀਗਾ, ਉਹ ਕਦੇ ਵੀ ਮਤਲਬ ਕਿ ਮੋਰਚਾ ਛੱਡਣ ਨੂੰ ਤਿਆਰ ਨਹੀਂ ਸੀਗਾ, ਉਹਨੇ ਸਮਝੌਤਾ ਨਹੀਂ ਹੋਣ ਦਿੱਤਾ। ਦੂਸਰੀ ਗੱਲ ਹੈ, ਜਿਸ ਵੇਲੇ ਵੀ ਗੱਲ ਆਈ ਆ ਹੁਣ ਬਾਅਦ ਵਿੱਚ 4 ਅਗਸਤ 1982 ਨੂੰ ਜਿਹੜਾ ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀਗਾ, ਉਹਨਾਂ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ ਹੈ ਵੀ ਸੰਤ ਜਰਨੈਲ ਸਿੰਘ ਨੂੰ ਕ੍ਰੈਡਿਟ ਨਾ ਜਾਵੇ। ਤੇ ਸ਼੍ਰੋਮਣੀ ਅਕਾਲੀ ਦਲ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਥੱਲੇ ਸਹਿਯੋਗੀ ਸੰਤ ਜਰਨੈਲ ਸਿੰਘ ਬੈਠ ਕੇ ਫੈਸਲਾ ਹੋਇਆ ਵੀ ਅਨੰਦਪੁਰ ਸਾਹਿਬ ਦਾ ਮਤਾ ਮੇਨ ਜਿਹੜਾ ਇਹਦੀ ਪ੍ਰਾਪਤੀ, ਹੋਰ ਛੋਟੇ ਮੋਟੇ ਮੰਗਾਂ ਜਿਹੜੀਆਂ ਹੋਰ ਵੀ ਸਨ, ਗੋਲਡਨ ਟੈਂਪਲ ਐਕਸਪ੍ਰੈਸ ਹੈ, ਰੇਡੀਓ ਹੈ, ਮਤਲਬ ਕਿ ਸਭ ਕੁਝ ਹੋਰ ਹੈ, ਜਿਹੜਾ TV ਦਾ ਹੈ, ਕਈ ਮਸਲੇ ਕਿਸਾਨਾਂ ਦੇ ਸਨ,
मतलब कि पंजाबी बोली का मसला सी, चंडीगढ़ का मसला सी, सारे मसले सन, वो बल्कि छोटे जे मसले सन। ये चीज़ां जिहड़ियां संघर्ष किया गया, कई बारी डेपुटेशन गए, इन्होंने मंगां कीतियां। अगर तुसीं जिहड़ा सवाल किया आ भी इन्हों क्यों इन्होंने हमला किया तो किहदा की फायदा होया, गल बड़ी स्पष्ट है। संत जरनैल सिंह ने उन्होंने साथियों को गिरफ्तार करने की नहीं है, वो तो अगर गिरफ्तार करना चाहते तो कर सकते सीगे, क्यों करने की लोड़ भी नहीं पैनी सी, क्योंकि गल यह बड़ी स्पष्ट है भी उन्होंने जिहड़ियां मंगां सन वो सरकार मन सकती सी, क्योंकि वो सरकार इस वास्ते नहीं मनती सी क्योंकि असी सिख कौम नूं जिहड़े 47 तो लैके हुण तक जिहड़े जातियां बेइंसाफियां होईयां या पिछे जे इन्होंने वेख्या भी सिख कौम जद भी लोड़ पैंदी है ये संघर्ष करती है, अपने सरकार नूं हिला दिंदी है, इन्हां नूं हमेशा लई सबक सिखाउण लई, इन्हां दी नस्लकुशी करन दे लई, इन्हां नूं हमेशा हिंदुस्तान दा गुलाम रखण दे लई ये मतलब कि हमला किया गया। तो ये बकायदा तौर पर 2 जून नूं कहंदी है भी असीं हमला नहीं करांगे। 6 महीने चकरोते दे विच हरमंदर साहिब का मॉडल रख के एक्सरसाइज करते रहे हैं हिंदुस्तान के कमांडो। ये चीज़ां जिहड़ियां ने बकायदा तौर पर हमले की साजिश इन्हें कल्ले ने नहीं रची। अज की स्पोक्समैन के अखबार च फोटो छपी है बकायदा तौर पर, वो अटल बिहारी वाजपेयी, LK अडवाणी तो होर भाजपा के वर्कर जिहड़े ने प्रोटेस्ट कर रहे हैं उन्होंने फोटो छपी है, मतलब कि जो अमृतसर पर फौज का हमला करो, अमृतसर पर फौज का हमला करो। और बकायदा तौर पर उन्हें अपनी जी आटोग्राफी भी गल कही है, असी इंदिरा गांधी ते जोर दिता ताकि मतलब कि जो दरबार साहब से फौजी हमला किया जाए। फिर बाद बकायदा तो रशिया ने मतलब कि इन्होंने दबाव पाया, बरतानिया की सरकार की इन्होंने मदद लई है, मिलटरी की मदद लई है। तो ये चीज़ां जिहड़ियां ने जिहड़े हमला होया इन्हां दी बकायदा तौर पर यह सी भी असी मतलब कि हमला करांगे। चंद घंटियां दे इहदे जरनल सन जिहड़े सारे कह चंद घंटियां दे विच संत जरनैल सिंह नूं जिंदा या मुर्दा फड़ लांगे असीं। ते उन्हां दी तां इह गल सीगी, पर जदों 2 दिन बकायदा 4 तरीक नूं हमला हुंदा, 3 तरीक नूं बकायदा तौर पर घेरा पा लिया जिद्दां कर्फ्यू ला दित्ता गया सारे पंजाब दे विच। बकायदा तौर पर जिसले हमला हुंदा 4 तरीक नूं सवेरे जिस वे जिहड़ियां भी बरतालना जांदियां ने वो सारियां दी सारियां पहले दिन उन्होंने सैकड़े तादाद फौजी मारे गए, दूजे दिन हमला हुंदा तां भी सैकड़े तादाद फौजी जिहड़े मारे जांदे ने। सिंह जिहड़े ने बहुत विरले ही चंद जिहड़े ने वो मतलब कि इस वेले शहीद हो रहे सन, सारियां भी जिथे भी सन वो लड़ रहे सन। अखीर दे विच इन्हां ने फिर बाद फैसला किया भी जिहड़ा बख्तरबंद गड्डियां टैंक वगैरह जिहड़े ने जहरीलियां गैसां जिहड़ियां ने तोपां ने हैलीकॉप्टर दे फायरिंग हुई वो की है। 72 घंटे मुट्ठी पर छोले ते पानी जिहड़ा घुट पी के वो नौजवान जिहड़े कि 200-250 के करीब सन जिन्हां ने हरमंदर साहब की पवित्रता नूं कायम रखदिआं, अकाल तख्त साहब की पवित्रता नूं कायम रखदिआं शहादतां दे जाम पीते, वो चमकौर की गढ़ी का इतिहास दोहरा के रख दिता। इत्थे दा इन्हां दा जनरल कहंदा सी अगर इहो जिहे मेरे को 100-200 1000 भी फौजी होण तो मैं दुनिया फतेह कर लवां। ये चीज़ां जिहड़ियां ने असीं गल कहने सिख कौम कदे भी भुल नहीं सकती इस घल्लूघारे नूं जो दरबार साहब ते कीता गया। इंदिरा गांधी ने जो सोचा जी मैं कामयाब होवांगी उहदा रिजल्ट जिहड़ा है बकायदा तौर बेअंत सिंह ते सतवंत सिंह ने अकाल तख्त साहब ते अरदास करके ਉਹਨੂੰ ਦੱਸ ਦਿੱਤਾ ਵੀ ਜਿਹੜਾ ਵੀ ਜੇ ਪਹਿਲੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਜੇ ਦੱਸ ਦਿੱਤਾ ਉਹਦੇ ਵੀ ਜਿਹੜਾ ਵੀ ਬੰਦਾ ਦਰਬਾਰ ਸਾਹਿਬ ਤੇ ਅਟੈਕ ਕਰੇਗਾ ਉਹਨੂੰ ਸਿੱਖ ਕੌਮ ਕਦੇ ਮਾਫ ਨਹੀਂ ਕਰਦੀ, ਉਹਨੂੰ ਗੱਡੀ ਚੜਾਇਆ। ਇਹ ਚੀਜ਼ਾਂ ਜਿਹੜੀਆਂ ਨੇ मतलब कि बाद जिस वेले भी हमेशा ही साड़ी जी आने वाली पनीरी है बकायदा तौर पर यह सोचती है भी जिस हिंदुस्तान की आज़ादी के लिए सिख कौम ने था कुर्बानियां कीतियां, चाहे 123 फांसी से चढ़े, 93 सिख चढ़े ने, 75% सिखा ने काले माने की सजा भुगती है, उम्र कैद की भुगती है। करतार सिंह सराभा सी, चाहे भगत सिंह सी, चाहे मतलब के बब्बर अकाली लहर चली है, बजबट के घाट से गोली चली है, शहीद उधम सिंह सी जलियांवाले बाग का बदला लिया उन्हें। असी मतलब के हिंदुस्तान की आज़ादी दे विच बकायदा तो 80% कुर्बानियां कीतियां, वो देश की आज़ादी लिए असी कुर्बानियां कीतियां। चरखे दे नाल जिहड़ा है महात्मा गांधी नाल तो आज़ादी नहीं मिल गई। सानू इन्हां ने सोचा सी बकायदा तौर पर
ਵੀ ਇਹ ਹੁਣ ਸਿੱਖ ਜਿਹੜੇ ਨੇ ਸਾਡੇ ਰਸਤੇ 'ਚ ਰੁਕਾਵਟ ਹੋ ਸਕਦੇ, ਇਹਨਾਂ ਦੀ ਹੋਂਦ ਜਿਹੜੀ ਹੈ, ਇਹਨਾਂ ਨੇ ਨਕਲੀ ਗੁਰੂ ਡੰਮ ਇਹਨਾਂ ਪੈਦਾ ਕੀਤਾ, ਨਕਲੀ ਨਿਰੰਕਾਰੀ ਇਹਨਾਂ ਪੈਦਾ ਕੀਤਾ, ਸਿਰਸੇ ਵਾਲਾ ਸਾਧ ਇਹਨਾਂ ਪੈਦਾ ਕੀਤਾ, ਰਾਧੇ ਸਵਾਮੀ ਇਹਨਾਂ ਪੈਦਾ ਕੀਤੇ, ਤੇ ਬਕਾਇਦਾ ਤੌਰ ਤੇ ਸਿੱਖ ਕੌਮ ਦੇ ਸਰੂਪ ਨੂੰ, ਸਿੱਖ ਧਰਮ ਨੂੰ, ਚਾਹੇ ਉਹ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵੇਖ ਲਓ। ਉਹਨਾਂ ਦਿਨਾਂ 'ਚ ਤੁਹਾਡੇ ਦਲ ਖਾਲਸਾ ਵਾਲੇ ਵੀ ਐਕਟਿਵ ਸੀਗੇ, ਉਹਨਾਂ ਦਾ ਵੀ ਨੁਕਸਾਨ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਬਲੂ ਸਟਾਰ ਸੀਗਾ ਜਾਂ ਇਹ ਭਾਣਾ ਵਾਪਰਿਆ? ਤੁਹਾਡੀ ਕੋਈ ਜਥੇਬੰਦੀ ਦੇ ਬੰਦੇ? ਸਾਡੇ ਜਥੇਬੰਦੀ ਦੇ ਦਲ ਖਾਲਸੇ ਦੇ ਜਿਹੜੇ ਨੇ ਉਹ ਮਤਲਬ ਕਿ ਕੋਈ ਖਾਸ ਮਤਲਬ ਕਿ ਦਲ ਖਾਲਸਾ ਦੇ ਕੋਈ ਐਕਟਿਵ ਵਰਕਰ ਉਸ ਵੇਲੇ ਦਰਬਾਰ ਸਾਹਿਬ ਤੇ ਨਹੀਂ ਸੀਗੇ। ਜਿਹੜੇ ਸੰਤ ਜਰਨੈਲ ਸਿੰਘ ਰਾਣੇ ਦੇ ਅਸੀਂ ਮਤਲਬ ਕਿ ਦਲ ਖਾਲਸਾ ਵੱਲੋਂ ਬਕਾਇਦਾ ਤੌਰ ਤੇ ਇੱਕ ਡਾਇਰੈਕਟਰੀ ਛਾਪੀ ਆ ਸੀ, ਉਹਦੇ ਦੇ 200-250 ਸਿੰਘ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਨੇ ਲੜਾਈ ਲੜ ਕੇ, ਉਹਨਾਂ ਦੇ ਨਾਂ, ਉਹਨਾਂ ਦੇ ਘਰ, ਉਹਨਾਂ ਦੇ ਐਡਰੈਸ, ਉਹਨਾਂ ਦੀ ਫੋਟੋ ਅਸੀਂ ਛਾਪੀ ਆ। ਕੁਛ ਜਿਹੜੇ ਨੇ ਜਿਹੜਾ ਆਪਣਾ ਬਾਬਾ ਨਿਧਾਨ ਸਿੰਘ ਦਾ ਡੇਰਾ ਹਜੂਰ ਸਾਹਿਬ ਹੈ, ਉੱਥੋਂ ਵੀ 35-40 ਦੇ ਸਿੰਘ ਜਿਹੜੇ ਉੱਥੋਂ ਵੀ ਕਾਰਸਾ ਵਾਲੇ ਆਏ ਸਨ, ਕੁਝ ਬੱਬਰ ਖਾਲਸਾ ਦੇ ਸੀਗੇ, ਕੁਝ ਦਮਦਮੀ ਟਿਖਾਲ ਦੇ ਬਹੁ ਗਿਣਤੀ ਵਾਲੇ ਉਹ ਸਨ। ਇਹ ਚੀਜ਼ਾਂ ਜਿਹੜੀਆਂ ਨੇ ਕੁਝ ਜਿਹੜੇ ਬੇਰਵਾ ਤੁਸੀਂ ਛਾਪਿਆ ਜਿੰਨੇ ਉੱਥੇ ਸ਼ਹੀਦ ਹੋਏ ਨੇ, ਅਸੀਂ ਮਤਲਬ ਕਿ ਦਲ ਖਾਲਸਾ ਨੂੰ ਛਾਪਿਆ। ਮੈਂ ਜਿਸ ਵੇਲੇ ਪ੍ਰੈਜ਼ੀਡੈਂਟ ਸੀਗਾ ਉਸ ਵੇਲੇ ਅਸੀਂ ਡਾਇਰੈਕਟਰੀ ਜਿਹੜੀ ਹੈ ਛਾਪੀ ਹੈ ਤੇ ਉਹ ਰਿਲੀਜ਼ ਕੀਤੀ ਸੀਗੀ, ਤੇ ਕੁਝ ਰਹਿ ਗਏ ਸਾਨੂੰ ਦੁਬਾਰਾ ਵੀ ਅਸੀਂ ਰਿਲੀਜ਼ ਕੀਤੀ ਹੈ। ਇਹ ਵੀ ਪਤਾ ਕਰਾਇਆ ਉਹਨਾਂ ਦਿਨਾਂ 'ਚ, ਕਿਉਂਕਿ ਤੁਸੀਂ ਤੁਹਾਡੇ ਜਿਹੜੇ ਪਾਰਟੀ ਦੇ ਬੰਦੇ ਆ, ਵਰਕਰ ਹੈ, ਆਗੂ ਹੈ, ਪੜ੍ਹੇ ਲਿਖੇ ਜਾਣੇ ਜਾਂਦੇ ਆ, ਕਿ ਫੌਜ ਦਾ ਕਿੰਨਾ ਨੁਕਸਾਨ ਹੋਇਆ ਹੋਣਾ? ਕਿੰਨੇ ਕੁ ਫੌਜੀ ਉੱਥੇ ਮਰੇ? ਫੌਜੀ ਜਿਹੜੇ ਨੇ ਘੱਟ ਤੋਂ ਘੱਟ 2-2.5 ਦੇ ਕਰੀਬ ਫੌਜੀ ਜਿਹੜਾ ਨਾ ਮਰਿਆ। ਤੇ ਹਾਂ, ਉਹ ਜਿਹੜੀ ਗੱਲ ਇਹ ਹੈ ਵੀ ਇਹਨਾਂ ਨੇ ਜਿਹੜੇ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਗੁਰਪੁਰਬ ਮਨਾਉਣ ਦੇ ਲਈ ਜਿਹੜੇ ਸਿੱਖ ਯਾਤਰੀ ਗਏ ਸਨ, ਉਹਨਾਂ ਵਿੱਚ ਵੀ ਹਜ਼ਾਰਾਂ ਤਾਦਾਦ ਦੇ ਸਿੱਖ ਯਾਤਰੀਆਂ ਨੂੰ ਬਾਹਾਂ ਪਿੱਛੇ ਬੰਨ ਕੇ ਬਕਾਇਦਾ ਤੌਰ ਤੇ ਮਾਰਿਆ ਗਿਆ। ਬੁੱਢਿਆਂ ਨੂੰ ਵੀ, ਬੱਚਿਆਂ ਨੂੰ ਸੰਗੀਨਾਂ ਨਾਲ ਮਾਰਿਆ ਗਿਆ। ਲੋਕ ਕਹਿੰਦਾ ਵੀ ਫਿੰਡਰਾਂ ਵਾਲੇ ਕਿ ਮਤਲਬ ਕਿ ਨਾ ਹਮਾਇਤੀ ਹੋ, ਉਹਨਾਂ ਨੂੰ ਪਿਸ਼ਾਬ ਪੀਣ ਤੇ ਮਜਬੂਰ ਕੀਤਾ ਗਿਆ, ਗੰਦੇ ਨਾਲੀ ਦਾ ਪਾਣਾ ਪੀਣ ਮਜਬੂਰ ਕੀਤਾ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਬਲਕਿ ਦਰਬਾਰ ਸਾਹਿਬ ਦੇ ਸਾਕਾ ਜਿਹੜਾ ਹੈ ਹੁਣ 6 ਜੂਨ ਨੂੰ ਜਿਹੜਾ ਨਾ 4 ਜੂਨ ਤੋਂ ਲੈ ਕੇ 6 ਜੂਨ ਤੱਕ ਮਨਾਇਆ ਜਾਂਦਾ। ਸਿੱਖ ਜਿਹੜੇ ਨੇ ਬਕਾਇਦਾ ਤੌਰ ਤੇ ਇਸ ਨੂੰ ਕਦੇ ਵੀ ਮਤਲਬ ਕਿ ਜਿਸ ਵੇਲੇ ਬਾਦਲ ਦੀ ਸਰਕਾਰ ਸੀ 97 'ਚ ਆਈ ਸੀ, 1997 ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਉਸ ਵੇਲੇ ਜਾਂਦੇ ਸੀਗੇ ਮਤਲਬ ਕਿ ਨਾ ਅਕਾਲ ਤਖਤ ਸਾਹਿਬ ਤੇ ਵੀ ਤੁਸੀਂ ਮਤਲਬ ਕਿ ਨਾ ਅਰਦਾਸ ਕੀਤੀ ਜਾ ਸਕੇ, ਮਤਲਬ ਕਿ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਜਾ ਸਕੇ। ਬਾਦਲ ਸਰਕਾਰ ਜਿਹੜੀ ਸੀ, ਸਿੱਖ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ, ਉਹ ਮਤਲਬ ਕਿ ਸਾਨੂੰ ਬਾਹਰ ਗ੍ਰਿਫਤਾਰ ਕਰ ਲੈਂਦੀ ਸੀ। ਉਹ ਕਹਿੰਦੀ ਸੀ, ਉਹਨਾਂ ਦੇ ਬਿਆਨ ਆਉਂਦੇ ਸਨ ਵੀ ਇਹਨਾਂ ਤੇ ਮਿੱਟੀ ਪਾਓ, ਇਹਨਾਂ ਨੂੰ ਇਸ ਘੁੱਲੂਕਾਰੇ ਨੂੰ ਯਾਦ ਨਾ ਕਰੋ, ਕਿਉਂਕਿ ਇਹ ਕੇਂਦਰ ਸਰਕਾਰਾਂ ਦੇ ਦਬਾਅ ਪਾਉਂਦੀ ਸੀ। ਇਹ ਵੀ ਚਾਹੁੰਦੇ ਸੀ ਕਿ ਵੀ ਦੁਬਾਰਾ ਕਿਤੇ ਸਿੰਘ ਜਿਹੜੇ ਸੰਘਰਸ਼ ਨਾ ਸ਼ੁਰੂ ਹੋ ਜਾਏ, ਕੋਈ ਗੱਲ ਨਾ ਹੋਵੇ, ਇਹਨਾਂ ਤੋਂ ਮਿੱਟੀ ਪਾ ਦਿਓ। ਤੇ ਬਾਅਦ ਸਾਨੂੰ ਕਈ ਵਾਰੀ 3-4 ਸਾਲ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਬਾਹਰ। ਤੇ ਬਾਅਦ ਦੇ ਵਿੱਚ ਅਸੀਂ ਜਾ ਕੇ ਥੱਲੇ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਸਾਂ, ਕਦੇ 25, ਕਦੇ 20, ਕਦੇ 50। ਬਾਅਦ ਵਿੱਚ ਅਸੀਂ ਫਿਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਬਣਿਆ, ਇਹਨੂੰ ਕਹਿ ਕੇ ਫਿਰ ਇਹਨਾਂ ਨੇ ਅਖੰਡ ਪਾਠ ਸਾਹਿਬ ਰੱਖਣਾ ਸ਼ੁਰੂ ਕੀਤਾ। ਤੇ ਬਾਅਦ ਵਿੱਚ ਜਿਹੜਾ ਨਾ ਕੀਰਤਨ ਹੁੰਦਾ ਸੀਗਾ। ਯਾਦਗਾਰ ਵੀ ਬਾਅਦ ਚ ਬਣੀਆਂ, ਤੁਹਾਡੀ ਹਿੰਮਤ ਨਾਲ ਬਣੀਆਂ, ਮੈਨੂੰ ਲੱਗਦਾ ਕਾਫੀ ਤੁਸੀਂ ਰੌਲਾ ਪਾਇਆ। ਉਹ ਜਿਹੜਾ ਨਾ ਅਸੀਂ 2003 ਤੋਂ ਲਗਾਤਾਰ ਸੰਘਰਸ਼ ਕਰਦੇ ਰਹੇ ਸਾਂ ਵੀ ਮਤਲਬ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਇਹ ਬਣਾਉਣਾ ਨਹੀਂ ਚਾਹੁੰਦੇ ਸੀ, ਕੇਂਦਰ ਸਰਕਾਰ ਨਹੀਂ ਚਾਹੁੰਦੀ ਸੀ, ਪੰਜਾਬ ਦੀ ਅਮਰਿੰਦਰ ਸਰਕਾਰ ਵੀ ਨਹੀਂ ਉਸ ਵੇਲੇ ਨਹੀਂ ਚਾਹੁੰਦੀ ਸੀ। 2000 'ਚ ਬਣੀ 7 ਵਿੱਚ, ਉਸ ਵੇਲੇ ਇਹਨਾਂ ਨੇ ਵੀ ਵਿਰੋਧ ਕੀਤਾ। ਉਸ ਵੇਲੇ ਮੈਨੂੰ 2010 ਦੇ ਵਿੱਚ ਬਕਾਇਦਾ ਤੌਰ ਤੇ ਮੈਂ 72 ਘੰਟੇ ਭੁੱਖ ਹੜਤਾਲ ਰੱਖੀ ਆ ਦਰਬਾਰ ਸਾਹਿਬ ਦੇ ਬਾਹਰ ਵੀ ਇਹ ਯਾਦਗਾਰ ਬਣਾਈ ਜਾਣੀ ਚਾਹੀਦੀ ਆ। ਤੇ ਬਕਾਇਦਾ ਤੌਰ ਤੇ ਬਾਅਦ ਵਿੱਚ ਅਗਲੇ ਸਾਲ ਫਿਰ ਅਸੀਂ ਮਤਲਬ ਕਿ ਜਦ 6 ਜੂਨ ਆਈ ਤਾਂ ਅਸੀਂ ਧਮਕੀ ਦੇ ਦਿੱਤੀ ਸੀ ਇਹਨਾਂ ਨੂੰ, ਸ਼੍ਰੋਮਣੀ ਕਮੇਟੀ ਨੂੰ, ਅਗਰ ਦਰਬਾਰ ਸਾਹਿਬ ਦੀ ਯਾਦਗਾਰ ਨਾ ਬਣਾਈ ਗਈ ਤਾਂ ਅਸੀਂ ਆਪ ਟੱਕ ਲਾਵਾਂਗੇ 6 ਜੂਨ ਨੂੰ। ਬਾਅਦ ਵਿੱਚ 5 ਜੂਨ ਨੂੰ ਅਵਤਾਰ ਸਿੰਘ ਜਿਹੜਾ ਬੱਕੜ ਸੀ ਉਹਨੇ ਸਾਨੂੰ ਬੁਲਾਇਆ, ਦਲ ਖਾਲਸਾ ਦੇ ਲੀਡਰਾਂ ਨੂੰ, ਬਕਾਇਦਾ ਤੌਰ ਤੇ ਸਾਡੀ ਮੀਟਿੰਗ ਹੋਈ ਇਨਫੋਰਮੇਸ਼ਨ ਸੈਂਟਰ ਦੇ ਥੱਲੇ। ਤੇ ਉਹਨੇ ਗੱਲ ਕਹੀ ਹੈ ਵੀ ਤੁਸੀਂ ਕੱਲ ਕੋਈ ਝਗੜਾ ਨਾ ਕਰਿਓ, ਕੋਈ ਵਿਘਨ ਨਾ ਪਾਇਆ ਜੇ, ਮੈਂ ਮਤਲਬ ਕਿ ਐਲਾਨ ਕਰ ਦਿਆਂਗਾ ਕੱਲ, ਸਾਨੂੰ 1-2 ਮਹੀਨੇ ਦੇ ਦਿਓ ਤਾਂ ਕਿ ਅਸੀਂ ਸਾਰੀ ਪਲਾਨਿੰਗ ਬਣਾ ਲਈਏ ਤੇ ਸਾਰਾ ਜਿਹੜਾ ਚਾਕਆਊਟ ਕਰ ਲਾਂਗੇ। ਉਹਨੇ ਫਿਰ ਅਗਲੇ ਦਿਨ ਬਕਾਇਦਾ ਤੌਰ ਤੇ ਸਾਡੀ ਮਤਲਬ ਕਿ ਬਕਾਇਦਾ ਤੌਰ ਤੇ ਕੋਸ਼ਿਸ਼ ਦੇ ਨਾਲ ਅਗਲੇ ਦਿਨ ਮੱਕੜ ਨੇ ਐਲਾਨ ਕੀਤਾ ਵੀ ਛੇਤੀ ਜਿਹੜੀ ਯਾਦਗਾਰ ਬਣੇਗੀ। ਜਿਹੜੀ ਹੁਣ ਯਾਦਗਾਰ ਬਣੀ ਹੈ ਇਹਦੇ ਸਾਡੀ ਕੋਸ਼ਿਸ਼ਾਂ ਨਾਲ ਬਣੀ ਹੈ। ਦੂਸਰੀ ਗੱਲ, ਸਭ ਤੋਂ ਵੱਡੀ ਜਿਹੜੀ ਗੱਲ ਹੈ, ਦਮਦਮੀ ਟਕਸਾਲ ਦੇ ਸਾਰਾ ਪਰਿਵਾਰ ਇਹ ਗੱਲ ਕਹਿੰਦਾ ਸੀ ਸੰਤ ਜਰਨੈਲ ਸਿੰਘ ਪਿੰਡਾਲੇ ਸ਼ਹੀਦ ਨਹੀਂ ਹੋਏ। ਇਹਦੇ ਵਿੱਚ ਵੀ ਦਲ ਖਾਲਸਾ ਦੀ ਕੋਸ਼ਿਸ਼ ਲਗਾਤਾਰ ਰਹੀ ਹੈ। 2003 ਦੇ ਵਿੱਚ
ਅਸੀਂ ਬਕਾਇਦਾ ਤੌਰ ਤੇ ਬੀਬੀ ਪ੍ਰੀਤਮ ਕੌਰ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਣੇ ਦੀ ਧਰਮ ਪਤਨੀ ਸੀ, ਭਾਈ ਮਲਿਕ ਕੇ ਜਿਹੜਾ ਈਸਰ ਸਿੰਘ ਉਹ ਜਲੰਧਰ ਦੇ ਮਾਡਲ ਟਾਊਨ 'ਚ ਰਹਿੰਦੇ ਸੀਗੇ, ਉਹਨਾਂ ਨਾਲ ਗੱਲ ਕੀਤੀ। ਇੱਧਰ ਅਸੀਂ ਕਿਰਪਾਲ ਸਿੰਘ ਡੋਂਗਰ ਨਾਲ ਗੱਲ ਕੀਤੀ ਤੇ ਵਿਦਾਂਤੀ ਨਾਲ ਗੱਲ ਕੀਤੀ। ਕਹਿੰਦੇ ਵੀ ਅਸੀਂ ਮਤਲਬ ਕਿ ਸ਼ਹੀਦ ਜਿਹੜਾ ਨਾ ਇਹਨਾਂ ਨੂੰ ਡਿਕਲੇਅਰ ਕਰਨ ਨੂੰ ਤਿਆਰ ਹਾਂ, ਅਕਾਲ ਤਖਤ ਸਾਹਿਬ ਤਿਆਰ ਹੈ, ਸ਼੍ਰੋਮਣੀ ਕਮੇਟੀ ਤਿਆਰ ਹੈ। ਤੇ ਅਸੀਂ ਜਾ ਕੇ ਬਕਾਇਦਾ ਤੌਰ ਤੇ ਉਹਨੂੰ ਮਿਲੇ ਆ, ਉਹਨਾਂ ਨੂੰ ਅਸੀਂ ਲੈ ਕੇ ਆਏ ਬੀਬੀ ਪ੍ਰੀਤਮ ਕੌਰ ਨੂੰ। ਕਹਿੰਦੇ ਅਸੀਂ ਵੀ ਤਿਆਰ ਹਾਂ, ਅਸੀਂ ਹਰ ਸਾਲ ਭੋਗ ਪਾਉਂਦੇ ਵੀ ਹਾਂ। ਅਕਾਲ ਤਖਤ ਸਾਹਿਬ ਦੇ 2003 ਦੇ ਵਿੱਚ ਬਕਾਇਦਾ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਲ ਨੂੰ ਸਾਡੀਆਂ ਕੋਸ਼ਿਸ਼ਾਂ ਦੇ ਨਾਲ ਸ਼ਹੀਦ ਕਰਾ ਦਿੱਤਾ ਗਿਆ ਪਹਿਲੀ ਵਾਰੀ ਕੌਮ ਦੇ ਵਿੱਚ। ਅੱਛਾ, ਇੱਕ ਇਹ ਵੀ ਲੱਗਦਾ ਤੁਹਾਨੂੰ ਕਿ ਕਿਤਨਾ ਕਿਤੇ ਸਿੱਖ ਕੌਮ ਤੋਂ ਜਾਂ ਐਸਜੀਪੀਸੀ ਤੋਂ ਘਾਟ ਰਹੀ ਹੈ ਕਿ ਘੱਟੋ ਘੱਟ ਜਦੋਂ ਉਹ ਅਟੈਕ ਹੋਇਆ ਉਹਦੀ ਕੋਈ ਯਾਦਗਾਰ ਸੰਭਾਲ ਕੇ ਰੱਖਦੇ, ਕੁਝ ਇੱਕ ਦੀਵਾਰ ਦਾ ਰੱਖਦੇ, ਜਿਸ ਤਰ੍ਹਾਂ ਆਪਾਂ ਸਰਹੰਦ ਦੀ ਦੀਵਾਰ ਨੂੰ ਯਾਦ ਕਰਦੇ ਹਾਂ, ਉਹ ਵੀ ਚਲੋ ਉਹ ਰੱਖੀ ਨਹੀਂ ਗਈ, ਉਵੇਂ ਰੱਖਣੀ ਚਾਹੀਦੀ ਸੀ। ਸਾਡਾ ਇਤਿਹਾਸ ਅਸੀਂ ਆਪ ਨਹੀਂ ਮਲੀਮੇਟ ਕੀਤਾ, ਕੁਛ ਨਾ ਕੁਛ ਤਾਂ ਜ਼ਰੂਰ ਚਾਹੀਦਾ ਸੀ, ਉੱਥੇ ਨਿਸ਼ਾਨੀਆਂ ਹੁੰਦੀਆਂ। ਉਹ ਦੇਖੋ ਗੱਲ ਸੁਣ, ਦਰਬਾਰ ਸਾਹਿਬ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਤੱਕ ਤਾਂ ਹੁਣ ਤੱਕ ਸੀਗੀਆਂ, ਉਹਨੂੰ ਵੀ ਮਿਟਾਣ ਡੇ ਆ। ਇੱਕ ਅਕਾਲ ਤਖਤ ਸਾਹਿਬ ਦੇ ਨਾਲ ਇੱਕ ਡੇਵਡੀ ਹੈਗੀ ਆ, ਉਹਦੇ ਥੋੜੀਆਂ ਗੋਲੀਆਂ ਲੱਗੀਆਂ ਨੇ, ਪਰ ਸਾਰੀਆਂ ਪ੍ਰਕਰਮਾਂ 'ਚ ਲੱਗੀਆਂ ਸਨ। ਇਹਨਾਂ ਨੂੰ ਚਾਹੀਦਾ ਸੀ ਵੀ ਉਹਨਾਂ ਨੂੰ ਸਾਰੀ ਥਾਂ ਤੇ ਹੋਰਾਂ ਥਾਂ ਤੇ ਪੇਂਟਿੰਗ ਕਰਦੇ, ਉਹਨਾਂ ਨੂੰ ਲਾਲ ਰੰਗ ਦੇ ਨਾਲ ਉਹਨਾਂ ਨੂੰ ਗਾਰੇ ਬਣਾਉਣੇ ਚਾਹੀਦੇ ਸੀਗੇ। ਠੀਕ ਹੈ ਗੱਲ, ਅਕਾਲ ਤਖਤ ਸਾਹਿਬ ਢੱਠਾ ਸੀਗਾ। ਅਕਾਲ ਤਖਤ ਸਾਹਿਬ ਦੇ ਨਾਲ ਕੋਈ ਐਸਾ ਕੀਤਾ ਜਾ ਸਕਦਾ, ਉਹਨੂੰ ਖੜਾ ਕਰਕੇ ਨਾਲ ਹੀ ਹੋਰ ਬਿਲਡਿੰਗ ਜਿਹੜੀ ਹੈ ਬਣਾ ਦੇਣੀ ਚਾਹੀਦੀ ਸੀਗੀ। ਜਗ੍ਹਾ ਬੜੀ ਸੀਗੀ, ਹੋਰ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਇੱਕ ਹੋਰ ਅਕਾਲ ਤਖਤ ਸਾਹਿਬ ਦੀ ਬਣਾ ਦੇਣੀ ਚਾਹੀਦੀ ਸੀ ਉਸ ਥਾਂ ਦੇ ਉੱਤੇ। ਉਸ ਨੂੰ ਬਕਾਇਦਾ ਤੌਰ ਤੇ ਇੱਕ ਕਿਸਮ ਦਾ, ਜਾਂ ਫਿਰ ਹੁਣ ਦੇਖੋ ਅਕਾਲ ਤਖਤ ਸਾਹਿਬ ਦੇ ਨਾਲ ਬੜਾ ਵੱਡਾ ਫਰੇਮ ਦੇ ਨਾਲ ਅਕਾਲ ਤਖਤ ਸਾਹਿਬ ਦੀ ਫੋਟੋ ਢੱਠੇ ਦੀ ਲਾਣੀ ਚਾਹੀਦੀ ਹੈ। ਹੁਣ ਉਹ ਲੱਗੀ ਨਹੀਂ ਹੋਈ, ਉੱਥੇ ਲਾਣੀ ਚਾਹੀਦੀ ਸੀਗੀ। ਇਹ ਚੀਜ਼ਾਂ ਜਿਹੜੀਆਂ ਅਸੀਂ ਹੁਣ ਕੋਸ਼ਿਸ਼ ਕਰ ਰਹੇ ਸਾਂ ਵੀ ਜਿਹੜੇ ਸਿੰਘ ਸ਼ਹੀਦ ਹੋਏ ਨੇ, ਜੋ ਘਟਨਾ ਵਾਪਰੀਆਂ ਨੇ, ਉਹ ਬਕਾਇਦਾ ਤੌਰ ਤੇ ਸ਼ਹੀਦਾਂ ਦੀ ਇੱਕ ਜਿੱਥੇ ਹੁਣ ਸਥਾਨ ਬਣਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਕਹਿੰਦੇ ਥੱਲੇ ਇੱਕ ਗੈਲਰੀ ਬਣੀ ਚਾਹੀਦੀ ਹੈ, ਸ਼ਹੀਦੀ ਗੈਲਰੀ ਉਹ ਹੋਣੀ ਚਾਹੀਦੀ ਆ। ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਗੱਲ ਕਹਿੰਦੇ ਆ ਵੀ ਇਹਦਾ ਜਿਹੜਾ ਅਸਰ ਜਿਹੜਾ ਨਾ ਇਹ ਦਰਬਾਰ ਸਾਹਿਬ ਦੇ ਅਟੈਕ ਦਾ ਬਾਹਰਲੇ ਦੁਨੀਆ ਭਰ ਦੇ ਵਿੱਚ ਪਹਿਲੇ ਸਿੱਖ ਜਿਹੜੇ ਨੌਜਵਾਨ ਜਾਂਦੇ ਸਨ ਉਹ ਪਤਿਤ ਹੋ ਜਾਂਦੇ ਸਨ। ਹੁਣ ਜਿਹੜੇ ਨੇ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਇੱਕ ਇਨਕਲਾਬ ਆਇਆ। ਜਿਹੜੇ ਸਿੱਖੀ ਨਾਲ ਜੁੜੇ ਨੇ, ਸਿੱਖ ਕੌਮ ਨਾਲ ਜੁੜੇ ਨੇ, ਸਿੱਖ ਸਿਧਾਂਤਾਂ ਨਾਲ ਜੁੜੇ ਨੇ। ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਦੁਨੀਆ ਭਰ 'ਚ ਨੇ, ਉਹਨਾਂ ਦੇ ਉੱਤੇ ਪ੍ਰਬੰਧਕਾਂ ਦੇ ਵਿੱਚ ਵੀ ਜਿਹੜੇ ਨੇ ਸਿੱਖ ਸੋਚ ਨਾਲ ਸੰਬੰਧਿਤ ਜਿਹੜੇ ਧਰਮੀ ਲੋਕ ਜਿਹੜੇ ਨੇ ਉਹ ਕਾਬਜ਼ ਹੋਏ ਨੇ। ਇਹ ਚੀਜ਼ਾਂ ਉੱਥੇ ਬਲਕਿ ਅੰਬੈਸੀਆ ਦੇ ਖਿਲਾਫ ਮੁਜ਼ਾਹਰੇ ਹੁੰਦੇ ਰਹੇ ਨੇ 6 ਜੂਨ ਦੇ ਹਮੇਸ਼ਾ ਹੀ। ਇਹਦਾ ਆਖਰੀ ਸਵਾਲ ਹੈ ਕਿ ਸਿੱਖ ਮਾਨਸਿਕਤਾ ਤੇ ਇਹਦਾ ਕੀ ਅਸਰ ਲੰਮਾ ਸਮਾਂ ਪਿਆ ਰਹੇਗਾ, ਕਿਉਂਕਿ ਇਹ ਜੋ ਇਤਿਹਾਸ ਬਣਾਇਆ ਜਾਏਗਾ, ਇਤਿਹਾਸ ਫਿਰ ਉਵੇਂ ਲਿਖਣ ਦੀ ਲੋੜ ਵੀ ਹੈ। ਬਹੁਤ ਸਾਰੇ ਜੋ ਪੱਖ ਨੇ ਉਹ ਹਜੇ ਵੀ ਉਜਾਗਰ ਨਹੀਂ ਹੋ ਰਹੇ। ਇੱਦਾਂ ਲੱਗਦਾ ਕਿ ਜਿਵੇਂ ਹਥਿਆਰਬੰਦ ਜਿਹੜੇ ਬੰਦੇ ਹਰਿਮੰਦਰ ਸਾਹਿਬ 'ਚ ਛੁਪੇ ਹੋਏ ਸੀ ਉਹਨਾਂ ਨੂੰ ਖਤਮ ਕਰ ਲਈ, ਉਹਨਾਂ ਨੂੰ ਮਾਰ ਲਈ, ਫੌਜ ਬੁਲਾਈ, ਖਤਮ ਕਰ ਦਿੱਤਾ ਗਿਆ। ਇਹਦੇ ਪਿੱਛੇ ਇੱਕ ਤਾਂ ਮਕਸਦ ਕੀ ਸੀ, ਇੱਕ ਇਹ ਜਿਹੜਾ ਮਾਨਸਿਕਤਾ ਤੇ ਅਸਰ ਲੰਮਾ ਸਮਾਂ ਕਿਵੇਂ ਰਹੇਗਾ, ਕੀ ਫਿਰ ਇਤਿਹਾਸ ਸਾਕਾ ਨੀਲਾ ਤਾਰੇ ਦਾ ਨਵੇਂ ਸਿਰ ਤੋਂ ਕੁਝ ਲਿਖਿਆ ਜਾਵੇ, ਕੀ ਕਹੋਗੇ ਇਹਦੇ ਬਾਰੇ? ਗੱਲ ਇੱਕ ਹੋਰ ਵੀ ਹੈ, ਤੁਸੀਂ ਗੱਲ ਕਹੀ ਹੈ ਜਿਹੜੀ ਦਰਬਾਰ ਸਾਹਿਬ ਦੇ ਅਟੈਕ ਦਾ ਜਿਹੜਾ ਨਾ ਇਹਦਾ ਅਸਰ ਤੁਸੀਂ ਵੇਖਿਆ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਬਕਾਇਦਾ ਤੌਰ ਤੇ ਜਿਸ ਵੇਲੇ 1986 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸਰਬਤ ਖਾਲਸਾ ਹੋਇਆ, ਉਸ ਨੇ ਬਕਾਇਦਾ ਤੌਰ ਤੇ ਅਕਾਲ ਤਖਤ ਸਾਹਿਬ ਦੀ ਮੁੜ ਸਿਰਜਣਾ ਵੀ ਕੀਤੀ ਤੇ ਨਾਲ ਹੀ ਫਿਰ ਪੰਥਕ ਕਮੇਟੀ ਇੱਕ ਬਣੀ। ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਬਕਾਇਦਾ ਤੌਰ ਤੇ ਇੱਕ ਐਲਾਨ ਕੀਤਾ ਵੀ ਅੱਜ ਤੋਂ ਸਾਡੀ ਸਿੱਖ ਕੌਮ ਜਿਹੜੀ ਹੈ ਹਿੰਦੁਸਤਾਨ ਨਾਲ ਨਹੀਂ ਰਹਿਣਾ ਚਾਹੇਗੀ, ਅਸੀਂ ਹਥਿਆਰਬੰਦ ਸੰਘਰਸ਼ ਦਾ ਐਲਾਨ ਕਰ ਰਹੇ ਹਾਂ। ਉਸ ਦਿਨ ਇਹ ਚੀਜ਼ਾਂ ਜਿਹੜੀਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਲ ਨੂੰ ਗੱਲ ਕਹੀ ਗਈ ਸੀ, ਤੁਸੀਂ ਖਾਲਿਸਤਾਨ ਚਾਹੁੰਦੇ ਹੋ, ਕਹਿੰਦੇ ਅਸੀਂ ਮਤਲਬ ਕਿ ਨਾ ਅਗਰ ਸਰਕਾਰ ਦੇਣਾ ਚਾਹੇਗੀ ਅਸੀਂ ਲੈਣ ਨੂੰ ਤਿਆਰ ਹਾਂ। ਪਰ ਗੱਲ ਇਹ ਬੜੀ ਸਪਸ਼ਟ ਹੈ, ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਤੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਹੁਣ ਬੜੀ ਗਲੀ ਸਪਸ਼ਟ ਹੈ, ਸਿੱਖ ਕੌਮ ਜਿਹੜੀ ਹੈ ਇਹ ਮਹਿਸੂਸ ਕਰ ਰਹੀ ਹੈ ਸਿੱਖ ਕੌਮ ਦੀ ਹੋਂਦ, ਸਰੂਪ, ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ, ਸਿੱਖ ਧਰਮ ਤੇ ਸਿੱਖ ਸੱਭਿਆਚਾਰ, ਸਿੱਖ ਆਰਥਿਕਤਾ ਤੇ ਜਿਹੜੇ ਸਿੱਖਾਂ ਦਾ ਮਾਨ ਤੇ ਸਨਮਾਨ ਦੁਨੀਆ ਭਰ ਦੇ ਵਿੱਚ ਤਾਂ ਕਾਇਮ ਰਹਿ ਸਕਦਾ ਸਿੱਖਾਂ ਕੋਲ ਇੱਕ ਆਜ਼ਾਦ ਹਿਤਾ ਸਵਰਨ ਸਿੱਖ ਸਟੇਟ ਹੋਵੇਗੀ ਤੇ ਯੂਨਾਈਟਿਡ ਨੇਸ਼ਨ ਦੇ ਸਿੱਖਾਂ ਦਾ ਝੰਡਾ ਝੂਲੇਗਾ। ਜਦ ਤੱਕ ਖਾਲਸਾਈ ਸਿਧਾਂਤਾਂ ਦੇ ਮੁਤਾਬਕ ਰਾਜ ਦੀ ਸਥਾਪਨਾ ਨਹੀਂ ਹੁੰਦੀ, ਇਹ ਸੰਘਰਸ਼ ਜਿਹੜਾ ਹੈ ਚੱਲਦਾ ਰਹੇਗਾ। ਦਰਬਾਰ ਸਾਹਿਬ ਦੇ ਸਾਕੇ ਨੇ
ਇਸ ਨੂੰ ਸਿੱਖ ਕੌਮ ਦੇ ਵਿੱਚ ਚੇਤਨਾ ਪੈਦਾ ਕੀਤੀ ਹੈ ਵੀ ਇਹਦੇ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ, ਕਿਉਂਕਿ ਬਕਾਇਦਾ ਤੌਰ ਤੇ ਸਪਸ਼ਟ ਹੋ ਗਿਆ ਸਾਡੀ ਜਿਹੜੀ ਹੈ ਜੋ ਕੁਝ ਵੀ ਸਾਡੇ ਨਾਲ ਹੁਣ ਵਾਪਰਿਆ ਇਹ ਵੀ ਸਪਸ਼ਟ ਹੋ ਗਿਆ ਵੀ ਸਿੱਖ ਨੌਜਵਾਨ ਨਸ਼ਈ ਕਰ ਦਿੱਤੇ ਗਏ ਨੇ। ਇਹ ਵੀ ਹਿੰਦੁਸਤਾਨ ਸਰਕਾਰ ਦੀ ਵਾਰ ਹੈ ਸਾਡੇ ਤੇ। ਸਾਨੂੰ ਆਰਥਿਕ ਤੌਰ ਤੇ ਜਿਹੜਾ ਘਸਿਆਰਾ ਕੀਤਾ ਜਾ ਰਿਹਾ, ਸਾਡੇ ਨੌਜਵਾਨ ਬੇਰੁਜ਼ਗਾਰ ਹੋ ਗਏ ਨੇ, ਬਾਹਰ ਧੱਕੇ ਖਾਣ ਜਾ ਰਹੇ ਨੇ। ਇਹ ਚੀਜ਼ਾਂ ਜਿਹੜੀਆਂ ਨੇ, ਮੈਂ ਗੱਲ ਕਰਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਕਰੰਸੀ ਦੀ ਵੈਲਿਊ ਪੌਂਡ ਤੋਂ ਵੀ ਜ਼ਿਆਦਾ ਸੀਗੀ ਤੇ ਜਿਹੜੀ ਸਾਡੀ ਮਿਲਟਰੀ ਦੀ ਤਾਕਤ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਬਹੁਤ ਹੀ ਜ਼ਿਆਦਾ ਸੀ। ਅਸੀਂ ਗੱਲ ਕਹਿੰਦੇ ਆ ਵੀ ਅਗਰ 47 ਵੇਲੇ ਸਿੱਖ ਕੌਮ ਆਪਣਾ ਆਜ਼ਾਦ ਖਿੱਤਾ ਕਾਇਮ ਕਰ ਲੈਂਦੀ, ਸਿੱਖ ਸਟੇਟ ਬਣ ਜਾਂਦੀ, ਮੈਂ ਦਾਅਵੇ ਨਾਲ ਕਹਿ ਸਕਦਾ ਇਜ਼ਰਾਈਲ ਤਾਂ ਇੱਕ ਅੰਮ੍ਰਿਤਸਰ ਦੇ ਜ਼ਿਲ੍ਹੇ ਤੋਂ ਬਰਾਬਰ ਹੈ। ਉਹ ਰੇਤ ਹੁੰਦੀ ਸੀ ਉੱਥੇ ਇਜ਼ਰਾਈਲ ਦੇ ਵਿੱਚ, ਉਹਨਾਂ ਨੇ ਲਿਆ ਕੇ ਸਾਰਾ ਕੁਝ ਮਿੱਟੀ ਪਾ ਕੇ ਅੱਜ ਤੋਂ ਬਾਗਬਾਨੀ ਨੰਬਰ 1 ਤੇ ਹੈ, ਮਿਲਟਰੀ ਨੰਬਰ 1 ਤੇ ਹੈ, ਟੈਕਨੋਲੋਜੀ ਨੰਬਰ 1 ਤੇ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਸਿੱਖ ਕੌਮ ਦੇ ਵਿੱਚ ਇੰਨਾ ਟੈਲੈਂਟ ਹੈ, ਚਾਹੇ ਉਹ ਸਾਡੀ ਮਾਰਸ਼ਲ ਕੌਮ ਹੈ, ਸਾਡੇ ਇੰਜੀਨੀਅਰ ਵਧੀਆ ਨੇ, ਡਾਕਟਰ ਵਧੀਆ ਨੇ। ਅਗਰ ਦੁਨੀਆ ਦੇ ਵਿੱਚ ਸਾਡੀ ਕਰੰਸੀ ਸਾਡੀ ਜਿਹੜੀ ਹੈ ਸਿੱਖ ਸਟੇਟ ਜਿਹੜੀ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਸਭ ਤੋਂ ਮਜ਼ਬੂਤ ਹੁੰਦੀ ਤੇ ਨੰਬਰ 1 ਤੇ ਇਸ ਵੇਲੇ ਹੁੰਦੀ। ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਵਕਤ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਮਤਲਬ ਕਿ ਚੱਪੇ ਚੱਪੇ ਤੇ ਸਿੱਖਾਂ ਦਾ ਖੂਨ ਡੁੱਲਿਆ ਤੇ ਚੱਪੇ ਚੱਪੇ ਤੇ ਇਹ ਨਹੀਂ ਹੁਣ ਨਹੀਂ ਡੁੱਲਿਆ, ਇਹ ਮਤਲਬ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕਾਇਮ ਕੀਤਾ, ਸਾਰਾ ਕੁਝ 18ਵੀਂ ਸਦੀ ਵਿੱਚ ਚੱਲਿਆ। ਅਸੀਂ ਕਹਿੰਦੇ ਹਾਂ ਵੀ ਸਿੱਖ ਕੌਮ ਕਦੇ ਵੀ ਦਰਬਾਰ ਸਾਹਿਬ ਦੇ ਸਾਕੇ ਨੂੰ 6 ਜੂਨ ਨੂੰ ਜੋ ਵਾਪਰਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਨਰਲ ਸਬੇਗ ਸਿੰਘ ਤੇ ਹੋਰ ਸੈਂਕੜੇ ਸਿੰਘਾਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਦਾ ਕੀ ਕਸੂਰ ਸੀ? 38 ਜਿਹੜੇ ਗੁਰਦੁਆਰੇ ਉਹਨਾਂ ਤੇ ਹਮਲੇ ਕੀਤੇ ਗਏ, ਸਾਰੇ ਪੰਜਾਬ ਨੂੰ ਮਤਲਬ ਕਿ ਕੈਪਚਰ ਕਰਤਾ ਗਿਆ, 15 ਦਿਨ ਕਰਫਿਊ ਲਾਇਆ ਗਿਆ। ਯਾਰ ਉਹੀ ਕੌਮ ਜਿਹੜੀ ਹਮੇਸ਼ਾ ਹੀ ਮਤਲਬ ਕਿ 1965 ਦੇ ਵਿੱਚ ਭੁੱਖੇ ਮਰਦੇ ਸੀਗੇ, ਅਮਰੀਕਾ ਤੋਂ ਕਣਕ ਲਾਲ ਖਾ ਖਾ ਕੇ, ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਨੇ ਇੱਕ ਕਣਕ ਝੋਨਾ ਪੈਦਾ ਕਰ ਕਰਕੇ ਸਾਰੇ ਹਿੰਦੁਸਤਾਨ ਦੇ ਭੁੱਖਿਆਂ ਨੂੰ ਪੇਟ ਭਰ ਕੇ ਰੋਟੀ ਖਵਾਈ ਹੈ। ਅਸੀਂ ਇਹਨਾਂ ਨੂੰ ਹਮੇਸ਼ਾ ਹੀ ਮਤਲਬ ਕਿ ਬਾਰਡਰਾਂ ਤੇ ਅਸੀਂ ਲੜਦੇ ਰਹੇ ਹਾਂ, ਆਰਥਿਕ ਮਤਲਬ ਕਿ ਬਕਾਇਆ ਤੌਰ ਤੇ ਭੁੱਖਿਆਂ ਨੂੰ ਪੇਟ ਅਸੀਂ ਭਰਦੇ ਰਹੇ ਹਾਂ, ਪਰ ਸਾਡੀ ਜਿਹੜੀ ਹੈ ਹੋਂਦ, ਸਾਡਾ ਸਰੂਪ ਖਤਰੇ 'ਚ ਹੈ, ਉਹ ਸਾਡਾ ਧਰਮ ਖਤਰੇ 'ਚ ਹੈ। ਸਪਸ਼ਟ ਹੋ ਗਿਆ ਦਰਬਾਰ ਸਾਹਿਬ ਦਾ ਸਾਕਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਦੁਨੀਆ ਭਰ ਹਿੰਦੁਸਤਾਨ 'ਚ ਵਾਪਰਿਆ, ਸਿੱਖਾਂ ਦੇ ਕਿਸ ਤਰ੍ਹਾਂ ਕਤਲੇਆਮ ਕੀਤੇ ਗਏ, ਸਾਡੇ ਗੁਰਦੁਆਰੇ ਕਿਵੇਂ ਸੜੇ ਗਏ, ਹਜ਼ਾਰਾਂ ਦੀ ਤਾਦਾਦ ਦੇ ਸਾਡੀਆਂ ਧੀਆਂ ਭੈਣਾਂ ਨਾਲ ਕਿਸ ਤਰ੍ਹਾਂ ਬੇਰੁਮਤੀ ਕੀਤੀ ਗਈ, ਪੰਜਾਬ ਦੇ ਚੱਪੇ ਚੱਪੇ ਦੇ ਸਾਡੇ ਪਿੰਡਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਕੱਢ ਕੇ ਫੌਜੀ ਜਿਹੜੇ ਨੇ ਉਹਨਾਂ ਨਾਲ ਬਲਾਤਕਾਰ ਕਰਦੇ ਰਹੇ ਨੇ, ਥਾਣਿਆਂ 'ਚ ਲਿਜਾ ਕੇ ਬੇਇਨਸਾਫੀ ਕਰਦੇ ਰਹੇ ਨੇ। ਇਹ ਚੀਜ਼ਾਂ ਜਿਹੜੀਆਂ ਨੇ ਸਿੱਖ ਭੁੱਲ ਨਹੀਂ ਸਕਦਾ ਕਦੇ ਵੀ। ਸਾਡੇ ਮਤਲਬ ਕਿ ਬਕਾਇਦਾ ਤੌਰ ਤੇ ਪੰਜਾਬ ਵਿੱਚ ਜਿਹੜੇ ਫੇਕਿੰਗ ਇੰਟਰ ਜਿਹੜੇ ਨੇ ਨੌਜਵਾਨਾਂ ਨੂੰ ਲੱਖਾਂ ਦੀ ਤਾਦਾਦ ਮਾਰਤਾ ਗਿਆ। ਜਿਹਨੇ ਇੱਕ ਸ਼ੋਅ ਕੀਤਾ ਸੀ ਜਸਵੰਤ ਸਿੰਘ ਖਾਲੜਾ ਨੇ, ਉਹਨੂੰ ਮਤਲਬ ਕਿ ਬਕਾਇਦਾ ਤੌਰ ਤੇ ਕਤਲ ਕਰ ਦਿੱਤਾ ਗਿਆ। ਆਪਾਂ ਜੇ ਕਹਿ ਦਈਏ ਜ਼ੁਲਮ ਬਹੁਤ ਜ਼ਿਆਦਾ ਹੋਇਆ, ਹਾਂਜੀ, ਇਹ ਜ਼ੁਲਮ ਨਵੀਂ ਪੀੜ੍ਹੀ ਨੂੰ ਵੀ ਦੱਸਣ ਦੀ ਲੋੜ ਹੈ, ਜਿਸ ਕਾਰਨ ਤੁਹਾਡੇ ਨਾਲ ਅਸੀਂ ਲੰਮੀ ਗੱਲਬਾਤ ਕੀਤੀ। ਬਾਕੀ ਗੱਲਾਂ ਤੁਹਾਡੇ ਨਾਲ ਅਸੀਂ ਫੇਰ ਕਰਦੇ ਰਹਾਂਗੇ। ਸੋ ਇਹ ਸਨ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਜੋ ਦਲ ਖਾਲਸਾ ਦੇ ਐਕਸ ਪ੍ਰਧਾਨ ਨੇ ਤੇ ਕਾਫੀ ਲੰਮੇ ਸਮੇਂ ਤੋਂ ਇਹ ਸਿਆਸਤ ਵਿੱਚ ਸਰਗਰਮ ਨੇ। ਵੱਡੀ ਕੁਰਬਾਨੀ ਇਹਨਾਂ ਦੀ ਇਹ ਹੈ ਕਿ ਪਹਿਲਾਂ ਇਹਨਾਂ ਨੇ ਇੰਡੀਆ ਦਾ ਜਿਹੜਾ ਜਹਾਜ਼ ਅਗਵਾ ਕਰਕੇ ਇਹ ਪਾਕਿਸਤਾਨ ਲੈ ਗਏ ਸਨ। ਖਾਲਿਸਤਾਨ ਦਾ ਮੁੱਦਾ ਇਹਨਾਂ ਨੇ ਚੱਕਿਆ ਸੀ 1982 ਦੇ ਵਿੱਚ, 1981 ਦੇ ਵਿੱਚ। ਇਹ ਲਗਾਤਾਰ ਸਿੱਖ ਕੌਮ ਦੇ ਮਾਣ ਮੱਤਾ ਇਤਿਹਾਸ ਬਾਰੇ ਪੜ੍ਹਦੇ ਰਹਿੰਦੇ ਆ ਤੇ ਇਹ ਵੀ ਇਹਨਾਂ ਦਾ ਇੱਕ ਇੱਛਾ ਤੇ ਇਰਾਦਾ ਹੈ ਕਿ ਖਾਲਸਾਈ ਰਾਜ ਦਾ ਬੋਲਬਾਲਾ ਇਸ ਧਰਤੀ ਤੇ ਹੋਵੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਕੋਖਰ, ਚੰਡੀਗੜ੍ਹ।